ਅੱਜ ਦੇ ਇਹਨਾਂ ਵਿਸ਼ੇਸ਼ ਦੀਵਾਨਾਂ ਵਿੱਚ ਗੁਰੂ ਘਰ ਦੇ ਪਿਆਰੇ ਕੀਰਤਨੀਆ ਸਿੰਘਾਂ ਪਾਸੋਂ ਸਤਿਗੁਰਾਂ ਦੀ ਇਲਾਹੀ ਬਾਣੀ ਦੇ ਰਸ ਭਿੰਨੇ ਸ਼ਬਦ ਕੀਰਤਨ ਸਰਵਣ ਕੀਤੇ ਹਨ। ਆਓ ਸਾਧ ਸੰਗਤ ਕੁਝ ਕੁ ਸਮੇਂ ਵਾਸਤੇ ਆਪੋ ਆਪਣੀ ਸੁਰਤੀ ਵਿਰਤੀ ਫਿਰ ਇਕਾਗਰ ਕਰੋ, ਗੁਰਮਤਿ ਵਿਚਾਰਾਂ ਨਾਲ ਸਾਂਝ ਬਣਾਈਏ। ਸਤਿਗੁਰ ਜੀ ਦੀ ਵਡਿਆਈ ਭਾਵ ਪ੍ਰੇਮ ਦੇ ਨਾਲ ਕਰੀਏ ਔਰ ਸਰਵਣ ਕਰੀਏ। ਇੱਕ ਵਾਰ ਲਾਓ ਹਾਜ਼ਰੀ, ਦੋਵੇਂ ਹੱਥ ਜੋੜ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਨੂੰ ਸੀਸ ਝੁਕਾ ਕੇ ਗੱਜ ਕੇ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ। ਫਿਰ ਆਖੋ ਸਾਧ ਸੰਗਤ, ਵਾਹਿਗੁਰੂ ਜੀ ਕਾ ਖਾਲਸਾ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੇ ਚਰਨਾਂ ਵਿੱਚ ਹਰ ਰੋਜ਼ ਜੁੜ ਕੇ ਆਪ ਸਤਿਗੁਰ ਜੀਆਂ ਦੀ ਮਹਿਮਾ ਸਰਵਣ ਕਰਦੇ ਹੋ। ਇਹ ਸਾਧ ਸੰਗਤ ਕੋਈ ਫਾਰਮੈਲਿਟੀ ਨਹੀਂ ਹੈ, ਕੋਈ ਵਿਖਾਵਾ ਨਹੀਂ ਹੈ, ਕੋਈ ਬਾਹਰੀ ਰਸਮ ਰੀਤੀ ਰਿਵਾਜ ਨਹੀਂ ਕਿ ਆਪਾਂ ਸਤਿਗੁਰ ਜੀ ਦਾ ਪੁਰਬ ਮਨਾਉਣਾ ਔਰ ਇਸ ਤਰ੍ਹਾਂ ਸੰਗਤਾਂ ਇਕੱਤਰ ਕਰਕੇ ਲੰਗਰ ਚਲਾਉਣੇ ਨੇ ਜਾਂ ਕੋਈ ਆਪਣਾ ਨਾਮ ਨਾ ਖੱਟਣਾ, ਅਖਬਾਰਾਂ ਪੇਪਰਾਂ ਵਿੱਚ ਦੇਣਾ ਨਹੀਂ। ਸਾਧ ਸੰਗਤ, ਜੇ ਇਹਦਾ ਮਕਸਦ ਸਮਝ ਆ ਜਾਏ ਤਾਂ ਇਸ ਸਮਾਗਮ ਦੀ ਬਹੁਤ ਵੱਡੀ ਮਹਾਨਤਾ ਹੈ। ਸਤਿਗੁਰ ਜੀ ਦੀ ਬਾਣੀ ਤੁਸੀਂ ਰੋਜ਼ ਪੜ੍ਹਦੇ ਹੋ, ਤੁਹਾਨੂੰ ਯਾਦ ਹੈ ਉਹ ਪੰਕਤੀਆਂ। ਪਾਤਸ਼ਾਹ ਨੇ ਕਿਹਾ, ਅਕਾਲ ਪੁਰਖ ਦੀ ਮਹਿਮਾ ਗਾਇਆ ਕਰ ਜਾਂ ਫਿਰ ਗਾਉਣ ਵਾਲੇ ਤੋਂ ਸੁਣਿਆ ਕਰ। ਹੁਣ ਆਪਾਂ ਦੋਵੇਂ ਕੰਮ ਕਰ ਰਹੇ ਹਾਂ। ਇਸ ਅਸਥਾਨ ਤੋਂ ਸਤਿਗੁਰ ਜੀ ਦੀ ਬਾਣੀ ਕੀਰਤਨ ਕਥਾ ਮਹਿਮਾ ਗਾਈ ਵੀ ਜਾ ਰਹੀ ਹੈ ਔਰ ਸੁਰਤ ਤੇ ਬਹਿ ਕੇ ਪਿਆਰ ਨਾਲ ਤੁਸੀਂ ਸਰਵਣ ਵੀ ਕਰ ਰਹੇ। ਦੋਵਾਂ ਚੀਜ਼ਾਂ ਦੇ ਵਿੱਚ ਇੱਕ ਚੀਜ਼ ਜ਼ਰੂਰੀ ਹੈ, ਉਹ ਤੀਸਰੀ ਗੱਲ ਹਜ਼ੂਰ ਨੇ ਕਹੀ, ਭਾਓ। ਗਾਣ ਵਾਲੇ ਤੇ ਸੁਣਨ ਵਾਲੇ ਦੇ ਅੰਦਰ ਭਾਵ ਪੈਦਾ ਹੋ ਜਾਏ, ਪ੍ਰੇਮ ਪੈਦਾ ਹੋ ਜਾਏ, ਸ਼ਰਧਾ ਪੈਦਾ ਹੋ ਜਾਏ ਤਾਂ ਸਾਧ ਸੰਗਤ ਇਹਦੇ ਬਦਲੇ ਵਿੱਚ ਪਤਾ ਕੀ ਮਿਲੇਗਾ। ਹਜ਼ੂਰ ਨੇ ਲਿਖ ਕੇ ਦਿੱਤਾ, ਜਾਂ ਦੁੱਖ ਮੇਰੇ ਕੋਲ ਛੱਡ ਜਾਈ ਤੇ ਸੁੱਖ ਮੇਰੇ ਕੋਲੋਂ ਲੈ ਜਾਈ। ਜਿਹੜੇ ਲੋਕ ਇਸ ਗੱਲ ਉੱਤੇ ਅੱਜ ਬਹੁਤ ਕਮੈਂਟ ਕਰ ਰਹੇ ਨੇ, ਮਨ ਬੜਾ ਉਦਾਸ ਹੁੰਦਾ। ਸਾਧ ਸੰਗਤ, ਸੰਸਾਰ ਦੇ ਲੋਕ ਕਿੰਨੇ ਛਾਤਰ ਹੋ ਗਏ, ਕਿੰਨੇ ਸਵਾਰਥੀ ਹੋ ਗਏ। ਆਪਾਂ ਹਰ ਚੀਜ਼ ਦੀ ਵਿਆਖਿਆ ਆਪਣੇ ਹਿਸਾਬ ਨਾਲ ਕਰੀਦੀ ਹੈ। ਪੂਰੇ ਵਰਲਡ ਉੱਤੇ ਖਤਰਾ ਛਾਇਆ ਹੋਇਆ ਹੈ, ਇੱਕ ਬਿਮਾਰੀ ਸਭ ਥਾਵਾਂ ਤੇ ਫੈਲੀ ਹੈ ਔਰ ਹਰ ਦੇਸ਼ ਦੀ ਸਰਕਾਰ ਬੜੀ ਸਖਤੀ ਦੇ ਨਾਲ ਕੰਮ ਕਰ ਰਹੀ ਹੈ। ਪਰ ਸਾਧ ਸੰਗਤ, ਅਸੀਂ ਲੋਕ ਸਵਾਰਥੀ ਔਰ ਅਸੀਂ ਈਰਖਾਵਸ ਹੋ ਕੇ ਆਪਣੇ ਮੁਤਾਬਕ ਉਹਨਾਂ ਚੀਜ਼ਾਂ ਦੇ ਅਰਥ ਕਰਨ ਲੱਗ ਪਏ। ਕੁਝ ਲੋਕ ਆਪਣੇ ਹਿਸਾਬ ਨਾਲ ਲੋਕਾਂ ਨੂੰ ਨਾਸਤਕ ਕਰਨ ਵਾਸਤੇ ਅਰਥ ਕਰ ਰਹੇ ਨੇ ਕਿ ਹੁਣ ਦੱਸੋ ਜੀ, ਗੁਰਦੁਆਰੇ ਬੰਦ ਹੋ ਰਹੇ ਨੇ, ਮਸੀਤਾਂ ਮੰਦਰ ਬੰਦ ਕੀਤੇ ਜਾ ਰਹੇ ਨੇ, ਹੁਣ ਦੱਸੋ ਜੀ ਧਾਰਮਿਕ ਅਸਥਾਨ ਬੰਦ ਹੋ ਰਹੇ ਨੇ, ਹੁਣ ਦੱਸੋ ਰੱਬ ਕਿੱਥੇ। ਹੁਣ ਸਿਰਫ ਗਿਆਨ ਹੀ, ਜਿਹੜੇ ਲੋਕ ਡਾਕਟਰ ਨੇ ਉਹ ਲੋਕਾਂ ਦੇ ਇਲਾਜ ਕਰਨ ਲਈ ਹਸਪਤਾਲ ਖੋਲ ਕੇ ਬੈਠੇ ਨੇ, ਬਾਕੀ ਸਭ ਡੇਰੇਦਾਰ ਗੁਰਦੁਆਰੇ ਮੰਦਰ ਮਸਜਿਦ ਖਤਰੇ ਹਨ, ਉਹ ਬੰਦ ਕਰ ਰਹੇ ਨੇ। ਸਾਧ ਸੰਗਤ ਦੇ ਬਹੁਤ ਵੱਡਾ ਭੁਲੇਖਾ ਹੈ, ਕਿਉਂਕਿ ਅਸੀਂ ਵਿਆਖਿਆ ਆਪਣੀ ਸਵਾਰਥ ਵਾਸਤੇ ਅਧੂਰੀ ਕਰੀਦੀ ਹੈ। ਅਕਾਲ ਪੁਰਖ ਰੱਬ ਬਹੁਤ ਵੱਡੀ ਸ਼ਕਤੀ ਹੈ।
ਕੁਝ ਲੋਕ ਹਰ ਬੰਦਾ ਆਪੋ ਆਪਣੀ ਚੀਜ਼ ਨੂੰ ਸਿੱਧ ਕਰਨ ਲੱਗਾ ਹੈ। ਕਈਆਂ ਨੈੱਟ ਉੱਤੇ ਵੀ ਪਾ ਦਿੱਤਾ ਹੈ ਕਿ ਭਾਈ ਆ ਵੇਖੋ ਜੀ ਅਸੀਂ ਤਾਂ ਕਦੋਂ ਦੇ ਕਹਿ ਰਹੇ ਹਾਂ ਗਾਂ ਦਾ ਮੂਤਰ ਤੇ ਗੋਹਾ ਵਰਤੋ ਕਰੋਨਾ ਹਟ ਜਾਏਗਾ। ਹਰ ਬੰਦਾ ਆਪਣੇ ਹਿਸਾਬ ਨਾਲ ਵਿਆਖਿਆ ਕਰ। ਇੱਕ ਕੋਈ ਹੋਰ ਉੱਠਿਆ ਉਹ ਕਹਿੰਦਾ ਮੇਰਾ ਪ੍ਰਸ਼ਾਦਮ ਲਓ ਰੋਗ ਹਟ ਜਾਣਗੇ। ਸੋ ਸ਼ਾਇਦ ਰੱਬ ਵੀ ਇਹ ਸਭ ਕੁਝ ਵੇਖ ਕੇ ਸੰਸਾਰ ਦੇ ਛਾਤਰ ਲੋਕਾਂ ਨੂੰ ਸਮਝ ਆਉਣੀ ਚਾਹੀਦੀ ਹੈ ਕੁਦਰਤ ਬਹੁਤ ਵੱਡੀ ਤਾਕਤ ਹੈ। ਮੈਂ ਇੱਕ ਥਾਂ ਤੇ ਕੱਲ ਪਰਸੋਂ ਵੀ ਲਾਈਵ ਕਿਹਾ ਪੂਰੇ ਵਰਲਡ ਦੀ ਤਾਕਤ ਹੈ ਅਮਰੀਕਾ। ਉਹਦੀ ਤਾਲਿਬਾਨ ਨਾਲ ਜੰਗ ਰਹੀ। ਅਮਰੀਕਾ ਨੇ ਕਈ ਸਾਲ ਇਰਾਕ ਤੇ ਈਰਾਨ ਨਾਲ ਜੰਗ ਛੇੜੀ ਰੱਖੀ ਪਰ ਸਾਧ ਸੰਗਤ ਅੱਜ ਤੱਕ 에ਅਰਪੋਰਟ ਫਲਾਈਟਾਂ ਬੰਦ ਨਹੀਂ ਹੋਈਆਂ। ਜੇ ਕੋਈ ਬਾਰਡਰ ਸੀਲ ਹੋਇਆ 에ਅਰਪੋਰਟ ਫਲਾਈਟਾਂ ਬੰਦ ਹੋਈਆਂ ਨੇ। ਕੁਦਰਤ ਦੇ ਅੱਗੇ ਵੱਡੀਆਂ ਵੱਡੀਆਂ ਤਾਕਤਾਂ ਨੂੰ ਹਾਰਨਾ ਪੈ ਜਾਂਦਾ ਹੈ। ਕੁਦਰਤ ਬਹੁਤ ਵੱਡੀ ਮਹਾਨਤਾ ਰੱਖਦੀ ਔਰ ਉਸ ਕੁਦਰਤ ਨੂੰ ਸਾਜਣ ਵਾਲਾ ਰੱਬ ਉਹ ਕਿੰਨਾ ਵੱਡਾ ਹੋਏਗਾ। ਸਾਧ ਸੰਗਤ ਤੇ ਸਭ ਕੁਝ ਅਕਾਲ ਪੁਰਖ ਦੇ ਭੈ ਵਿੱਚ ਹੈ। ਹੁਣ ਲੋਕ ਕਹਿੰਦੇ ਨੇ ਜੀ ਟੈਂਪਰੇਚਰ ਵੱਧ ਜਾਏ ਸੂਰਜ ਦਾ ਠੀਕ ਹੋ ਜਾਓਗੇ। ਇਹ ਯਾਦ ਰੱਖਿਓ ਸੂਰਜ ਕਿਹਦੇ ਵੱਸ ਵਿੱਚ ਹੈ। ਅਸੀਂ ਧੁਰੇ ਤੋਂ ਅਕਾਲ ਪੁਰਖ ਤੋਂ ਟੁੱਟ ਰਹੇ ਹਾਂ। ਸਾਨੂੰ ਇਹ ਗੱਲਾਂ ਕਹਿ ਕੇ ਗੁਰਦੁਆਰੇ ਮੰਦਿਰ ਮਸਜਿਦਾਂ ਬੰਦ ਨੇ ਜੀ। ਹੁਣ ਧਰਮ ਦੀ ਗੱਲ ਕਿੱਧਰ ਗਈ, ਹੁਣ ਸੰਤ ਸਾਧੂ ਕਿੱਧਰ ਗਏ। ਸਾਧ ਸੰਗਤ ਲੋਕਾਂ ਨੂੰ ਨਾਸਤਕ ਬਣਾਇਆ ਜਾ ਰਿਹਾ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਨੇ ਸਾਨੂੰ ਇੱਕ ਅਕਾਲ ਪੁਰਖ ਨਾਲ ਜੋੜਿਆ। ਉਹਨੇ ਸੂਰਜ ਦਰਖਤਾਂ ਚੰਦਰਮੇ ਦਾ ਪੁਜਾਰੀ ਨਹੀਂ ਬਣਾਇਆ ਪਰ ਇੰਨੀ ਗੱਲ ਕਹੀ ਭਾਈ ਜਿਹਨੇ ਸੂਰਜ ਬਣਾਇਆ ਉਹਦੀ ਪੂਜਾ ਜ਼ਰੂਰ ਕਰ। ਜਿਸ ਨੇ ਭੈ ਵਿੱਚ ਸੂਰਜ ਚੰਦ ਦਰਿਆਓ ਹਵਾ ਅੱਗ ਧਰਤੀ ਹੈ ਉਹਦੀ ਪੂਜਾ ਜ਼ਰੂਰ ਕਰ। ਤੂੰ ਧਰਤੀ ਦਾ ਪੁਜਾਰੀ ਨਾ ਬਣ, ਇਹਨੂੰ ਸਾਫ਼ ਸੁਥਰੀ ਰੱਖ ਪਰ ਯਾਦ ਰੱਖ ਜਿਹਦੇ ਭੈ ਵਿੱਚ ਧਰਤੀ ਘੁੰਮ ਰਹੀ ਹੈ ਉਹਦੀ ਪੂਜਾ ਜ਼ਰੂਰ ਕਰ। ਉਹ ਅਕਾਲ ਪੁਰਖ ਹੈ। ਇਸ ਲਈ ਖਾਲਸਾ ਅਕਾਲ ਪੁਰਖ ਦਾ ਪੁਜਾਰੀ ਹੈ। ਪਾਤਸ਼ਾਹ ਦਾ ਬਚਨ ਪੜੋ ਤੁਹਾਨੂੰ ਯਾਦ ਹੈ ਆਸਾ ਦੀ ਵਾਰ ਅੰਦਰ ਹਜ਼ੂਰ ਕਹਿੰਦੇ ਭੈ ਵਿੱਚ ਪਵਨ ਵਹਿ ਸਦ ਵਾਓ। ਵਗਦੀ ਹੋਈ ਕੁਦਰਤ ਦੀ ਹਵਾ ਕਿਸੇ ਦੇ ਭੈ ਵਿੱਚ ਹੈ ਜੀ, ਕਿਸੇ ਦੇ ਹੁਕਮ ਵਿੱਚ ਹੈ। ਹਜ਼ੂਰ ਕਹਿੰਦੇ ਭੈ ਵਿੱਚ ਪਵਨ ਵਹਿ ਸਦ ਵਾਓ। ਭੈ ਵਿੱਚ ਚੱਲੇ ਲਖ ਦਰਿਆਓ। ਭੈ ਵਿੱਚ ਅਗਨ ਕੱਢੇ ਵੇਗਾਰ। ਭੈ ਵਿੱਚ ਧਰਤੀ ਦੱਬੀ ਭਾਰ। ਭੈ ਵਿੱਚ ਸੂਰਜ ਉਹਦੇ ਭੈ 'ਚ ਹੈ। ਭੈ ਵਿੱਚ ਸੂਰਜ ਭੈ ਵਿੱਚ ਚੰਦ। ਕੋਹ ਕਰੋੜੀ ਚਲਤ ਨ ਅੰਤ। ਸਗਲਿਆਂ ਭਉ ਲਿਖਿਆ ਸਿਰ ਲੇਖ। ਨਾਨਕ ਨਿਰਭਉ ਨਿਰੰਕਾਰ ਸੱਚ ਏਕ। ਸਾਰਿਆਂ ਦੇ ਸਿਰ ਤੇ ਰੱਬ ਨੇ ਭਉ ਆਪਣਾ ਹੁਕਮ ਰੱਖਿਆ ਤੇ ਜੇ ਕੋਈ ਭੈ ਤੋਂ ਰਹਿਤ ਹੈ ਉਹ ਸਿਰਫ ਨਿਰੰਕਾਰ ਹੈ। ਹੁਣ ਆਪਾਂ ਕਹੀਏ ਜੀ ਡਾਕਟਰਾਂ ਦੇ ਦਰਵਾਜ਼ੇ ਖੁੱਲੇ ਨੇ, ਹਸਪਤਾਲ ਖੁੱਲੇ ਨੇ ਜੀ, ਵਿਗਿਆਨੀ ਖੁੱਲੇ ਨੇ, ਉਹ ਇਲਾਜ ਲੱਭ ਰਹੇ ਨੇ। ਇਹ ਠੀਕ ਹੈ, ਇਲਾਜ ਲੱਭ ਜਾਣਾ ਹੈ, ਇਹਦੇ 'ਚ ਕੋਈ ਸ਼ੱਕ ਨਹੀਂ। ਇਲਾਜ ਲੱਭਣਾ ਇਹ ਪਹਿਲਾਂ ਵੀ ਇਸ ਤਰ੍ਹਾਂ ਦੀਆਂ ਆਫਤਾਂ ਆਉਂਦੀਆਂ ਰਹੀਆਂ ਨੇ। ਪਹਿਲਾਂ ਵੀ ਛੂਤ ਦੇ ਪਲੇਗ ਦੇ ਵਾਇਰਸ ਆਉਂਦੇ ਰਹੇ ਨੇ। ਸਾਧ ਸੰਗਤ ਇਲਾਜ ਲੱਭ ਜਾਣਾ ਹੈ ਪਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਤੋਂ ਬਾਹਰ ਨਾ ਜਾਇਓ। ਪਾਤਸ਼ਾਹ ਨੇ ਲਿਖ ਕੇ ਦਿੱਤਾ ਡਾਕਟਰ ਕਿੰਨੇ ਵੀ ਸਿਆਣੇ ਹੋਣ, ਵੈਦਾਂ ਕੋਲ ਕਿੰਨੀਆਂ ਵੀ ਦਵਾਈਆਂ ਹੋਣ, ਵੈਦ ਆਪਣੀ ਪੂਰੀ ਤਾਕਤ ਡਾਕਟਰ ਇਕੱਠੇ ਹੋ ਕੇ ਦਵਾਈਆਂ ਦਾਰੂ ਲੈ ਕੇ ਪਹੁੰਚ ਜਾਣ ਪਰ ਸੱਜਣੋਂ ਦਵਾਈ ਕੰਮ ਉਦੋਂ ਕਰਦੀ ਹੈ ਜਦੋਂ ਰੱਬ ਦੀ ਨਜ਼ਰ ਵਿੱਚ ਹੋਵੇ। ਜੇ ਉਹਦੀ ਨਜ਼ਰ ਨਹੀਂ ਜਿੰਨੀ ਮਰਜ਼ੀ ਖੋਜ ਕਰੀ ਜਾਓ। ਇਹ ਠੀਕ ਹੈ ਡਾਕਟਰ ਜ਼ਰੂਰੀ ਨੇ, ਵਿਗਿਆਨ ਬਹੁਤ ਵੱਡੀ ਅਹਿਮੀਅਤ ਰੱਖਦਾ ਹੈ ਪਰ ਜਿਹੜੀ ਚੀਜ਼ ਦੀ ਖੋਜ ਰੱਬ ਨੇ ਧਰਤੀ ਨੂੰ ਦੇਣੀ ਹੋਵੇ ਉਹ ਅਕਾਲ ਪੁਰਖ ਰੱਬ ਹੀ ਬੰਦੇ ਦੇ ਦਿਮਾਗ ਵਿੱਚ ਪਾਉਂਦਾ ਹੈ। ਉਸ ਤੋਂ ਬਗੈਰ ਖੋਜ ਵੀ ਨਹੀਂ ਹੋ ਸਕਦੀ। ਇਸ ਲਈ ਆਪਾਂ ਅਕਾਲ ਪੁਰਖ ਰੱਬ ਤੋਂ ਨਾਸਤਕ ਨਾ ਹੋਈਏ ਵੀ ਕੋਈ ਰੱਬ ਨਹੀਂ ਹੈ ਜੀ ਹੁਣ ਬੰਦੇ ਕੰਮ ਆ ਰਹੇ ਨੇ। ਨਹੀਂ, ਪਾਤਸ਼ਾਹ ਦੇ ਬਚਨ ਪੜੋ।
ਹਜ਼ੂਰ ਕਹਿੰਦੇ ਵੈਦਾਂ ਸੰਦਾਂ ਸੰਗ ਇਕੱਠਾ ਹੋਇਆ। ਆਪਣੀਆਂ ਦਵਾਈ ਦਾਰੂ ਫਾਰਮੂਲੇ ਲੈ ਕੇ ਹੋ ਜਾਓ ਇਕੱਠੇ। ਪੂਰੇ ਵਰਲਡ ਦੇ ਡਾਕਟਰ ਰਿਸਰਚ ਕਰ ਰਹੇ ਨੇ, ਚੰਗੀ ਗੱਲ ਹੈ। ਪਰ ਪਾਤਸ਼ਾਹ ਨੇ ਕਿਹਾ ਰੱਬ ਨੂੰ ਯਾਦ ਰੱਖੋ। ਮਹਾਰਾਜ ਕਿਉਂ? ਕਹਿੰਦੇ ਔਖਦ ਆਏ ਰਾਸ ਵਿੱਚ ਆਪ ਖਲੋਇਆ। ਰੱਬ ਵਿੱਚ ਖਲੋਵੇਗਾ ਤਾਂ ਦਵਾਈ ਕੰਮ ਕਰੇਗੀ, ਨਹੀਂ ਤੇ ਸਾਧ ਸੰਗਤ ਬਿਲਕੁਲ ਦਵਾਈ ਕੰਮ ਨਹੀਂ ਕਰੇਗੀ। ਇਸ ਲਈ ਅਕਾਲ ਪੁਰਖ ਬਹੁਤ ਵੱਡੀ ਤਾਕਤ ਹੈ। ਹੁਣ ਜਿਹੜੇ ਗੁਰੂ ਕੋਲ ਬੈਠੇ ਹੋ, ਇੱਥੇ ਪਾਤਸ਼ਾਹ ਨੇ ਕਿਹਾ ਰੱਬ ਦੀ ਵਡਿਆਈ ਗਾਇਆ ਕਰ ਜਾਂ ਫਿਰ ਕੰਨਾਂ ਨਾਲ ਸੁਣ। ਪਰ ਗਾਉਣ ਵਾਲੇ ਤੇ ਸੁਣਨ ਵਾਲੇ ਦੇ ਅੰਦਰ ਇੱਕ ਚੀਜ਼ ਕਾਮਨ ਚਾਹੀਦੀ ਹੈ, ਭਾਵ ਉਹਦੇ ਅੰਦਰ ਰੱਬ ਦੇ ਪ੍ਰਤੀ ਪਿਆਰ ਪੈਦਾ ਹੋ ਜਾਏ। ਉਹ ਭਾਵਨਾ ਨਾਲ, ਪ੍ਰੇਮ ਨਾਲ, ਸ਼ਰਧਾ ਨਾਲ ਗਾਵੇ ਜਾਂ ਸੁਣੇ। ਮਹਾਰਾਜ ਤੁਸੀਂ ਕੀ ਦਿਓਗੇ ਬਦਲੇ ਵਿੱਚ? ਹਜ਼ੂਰ ਕਹਿੰਦੇ ਜਾਂ ਦੁੱਖ ਮੇਰੇ ਕੋਲ ਰੱਖ ਜਾਈ ਤੇ ਸੁੱਖ ਲੈ ਜਾਈ। ਇਹਦੀ ਕੀ ਵਿਆਖਿਆ ਕਰੋਗੇ? ਰੋਜ਼ ਹੀ ਤੁਸੀਂ ਪੜ੍ਹਦੇ ਹੋ। ਜਿਹਨੂੰ ਹਜ਼ੂਰ ਕਹਿੰਦੇ ਗਾਵੀਐ ਸੁਣੀਐ ਮਨ ਰੱਖੀਐ ਭਾਉ। ਪੜੋ, ਗਾਵੀਐ ਸੁਣੀਐ ਮਨ ਰੱਖੀਐ ਦੁੱਖ ਪਰ ਹਰ ਸੁਖ ਘਰ ਲੈ ਜਾਏ। ਜਾਂ ਦੁੱਖ ਛੱਡ ਜਾਈ ਤੇ ਸੁੱਖ ਘਰ ਨੂੰ ਲੈ ਜਾਈ। ਇਹ ਗੁਰੂ ਨੇ ਲਿਖ ਕੇ ਦਿੱਤਾ ਔਰ ਸਾਧ ਸੰਗਤ ਵਰਤਦਾ। ਅਕਾਲ ਪੁਰਖ ਰੱਬ ਨੇ ਕੁਦਰਤ ਸਾਜੀ ਹੈ, ਉਹਨੇ ਸਾਡੇ ਮਸਤਕ ਦੇ ਲੇਖ ਲਿਖੇ ਨੇ। ਇੱਕ ਚੀਜ਼ ਯਾਦ ਰੱਖਿਓ, ਚੰਗੇ ਪੁਰਸ਼ਾਂ ਕੋਲ ਬਹਿ ਕੇ ਗਿਆਨ ਮਿਲਦਾ ਹੈ। ਗਿਆਨ ਨਾਲ ਬੰਦੇ ਦੇ ਕਰਮ ਤਬਦੀਲ ਹੁੰਦੇ ਨੇ, ਪਰ ਮਾਫ ਕਰਿਓ ਕਿਸੇ ਗਿਆਨ ਨਾਲ ਲੇਖ ਤਬਦੀਲ ਨਹੀਂ ਹੁੰਦੇ। ਗਿਆਨ ਚਾਹੀਦਾ, ਉਹਦੇ ਨਾਲ ਕਰਮ ਤਬਦੀਲ ਹੁੰਦੇ। ਸ਼ਰਾਬ ਦਾ ਕਿਸੇ ਨੂੰ ਗਿਆਨ ਹੋ ਜਾਏ ਕਿ ਇੰਨੀ ਖਤਰਨਾਕ ਹੈ, ਇਹਦੇ ਨਾਲ ਆਹ ਰੋਗ ਲੱਗਦੇ ਨੇ, ਚੰਗੇ ਬੰਦਿਆਂ ਕੋਲੋਂ ਗਿਆਨ ਲੈ ਕੇ ਸ਼ਰਾਬੀ ਸ਼ਰਾਬ ਛੱਡ ਸਕਦਾ। ਉਹਨੂੰ ਨੌਲੇਜ ਮਿਲ ਜਾਏ, ਗਿਆਨ ਮਿਲ ਜਾਏ ਕਿ ਵੀ ਨਸ਼ਾ ਖਤਰਨਾਕ ਹੈ, ਉਹ ਛੱਡ ਦਿੰਦਾ। ਚੰਗੇ ਪੁਰਸ਼ਾਂ ਕੋਲ ਬਹਿ ਕੇ ਕਰਮ ਤਬਦੀਲ ਹੋ ਜਾਂਦੇ ਨੇ। ਗਿਆਨ ਸਿੱਖ ਕੇ ਬੰਦੇ ਦੇ ਕਰਮ ਬਦਲਦੇ ਨੇ। ਪਰ ਯਾਦ ਰੱਖਿਓ, ਮਸਤਕ ਦੇ ਲੇਖ ਦੁਨੀਆ ਦੇ ਕਿਸੇ ਬੰਦੇ ਦੀ ਸੰਗਤ ਦੇ ਨਾਲ ਨਹੀਂ ਤਬਦੀਲ ਹੁੰਦੇ। ਉਹਨੂੰ ਮਹਾਰਾਜ ਨੇ ਕਿਹਾ ਲੇਖ ਨਾ ਮਿਟੇ ਹੈ ਸਖੀ ਜੋ ਲਿਖਿਆ ਕਰਤਾ। ਮਹਾਰਾਜ ਫਿਰ ਲੇਖ ਵੀ ਕਿਤੇ ਬਦਲ ਸਕਦੇ? ਤਾਂ ਪਾਤਸ਼ਾਹ ਨੇ ਕਿਹਾ ਲਿਖਣ ਵਾਲੇ ਰੱਬ ਦੇ ਹੱਥ ਵਿੱਚ ਹੈ। ਜਿਹਨੇ ਲੇਖ ਲਿਖੇ ਨੇ ਉਹ ਬਦਲ ਸਕਦਾ, ਉਹਦੇ ਹੱਥ ਵਿੱਚ ਹੈ, ਉਹਦੇ ਕੋਲ ਪਾਵਰ ਹੈ। ਤੁਸੀਂ ਵੇਖੋਗੇ ਇੱਕ ਦੁਨਿਆਵੀ ਰਾਜਾ ਹੋਵੇ, ਉਹ ਆਦੇਸ਼ ਦੇ ਦੇਵੇ ਆਹ ਰੋਡ ਬਣਾ ਦਿਓ, ਉਹਦੀ ਮਰਜ਼ੀ ਹੈ, ਉਹ ਰੋਕ ਵੀ ਸਕਦਾ ਹੈ। ਉਹ ਕਿਸੇ ਸੜਕ ਨੂੰ ਪਾਸ ਵੀ ਕਰ ਦਿੰਦਾ ਹੈ, ਪਾਸ ਹੋਈ ਨੂੰ ਰੱਦ ਵੀ ਕਰ ਸਕਦਾ ਹੈ। ਇਹ ਉਹਦੇ ਆਪਣੇ ਹੁਕਮ ਨੇ। ਦੇਸ਼ ਦਾ ਰਾਜਾ ਕੋਈ ਸੰਵਿਧਾਨ ਦਾ ਹੁਕਮ ਕਰਦਾ ਇਕੱਠਾ ਹੋ ਕੇ, ਤੇ ਸਾਧ ਸੰਗਤ ਉਹਦੀ ਮਰਜ਼ੀ ਹੈ, ਉਹ ਬਦਲ ਵੀ ਦਿੰਦਾ ਹੈ। ਇਸੇ ਤਰ੍ਹਾਂ ਅਕਾਲ ਪੁਰਖ ਰੱਬ ਹੈ। ਬੰਦਾ ਤੇ ਛੋਟੀ ਜਿਹੀ ਇੱਕ ਕੰਟਰੀ, ਦੇਸ਼, ਰਾਜ ਦਾ ਰਾਜਾ ਹੁੰਦਾ ਹੈ। ਰੱਬ ਪੂਰੀ ਸ੍ਰਿਸ਼ਟੀ ਦਾ ਮਾਲਕ ਹੈ। ਜਿਹਨੇ ਸ੍ਰਿਸ਼ਟੀ ਰਚ ਕੇ ਲੇਖ ਲਿਖੇ ਨੇ ਉਹ ਬਦਲ ਵੀ ਸਕਦਾ ਹੈ। ਉਹਦੇ ਕੋਲ ਬਦਲਣ ਦੀ ਸਮਰੱਥ ਹੈ। ਉਹ ਪਾਵਰ ਰੱਖਦਾ ਕਿਉਂਕਿ ਉਹਨੇ ਲਿਖੇ ਹੋਏ ਨੇ। 2 ਨੰਬਰ ਉੱਤੇ ਰੱਬ ਦਾ ਰੂਪ, ਅਕਾਲ ਪੁਰਖ ਦੀ ਪੂਰੀ ਪਾਵਰ। ਸਤਿਗੁਰੂ ਵਿੱਚ ਸਾਧ ਸੰਗਤ ਪਾਵਰ ਹੈ। ਉਹ ਕਿਸੇ ਸ਼ਰੀਰਧਾਰੀ ਬੰਦੇ ਦੇ ਲੇਖ ਬਦਲ ਸਕਦਾ ਹੈ। 3 ਨੰਬਰ ਉੱਤੇ ਰੱਬ ਦੇ ਉੱਪਰ ਵੀ ਕੋਈ ਕੰਮ ਕਰਦਾ, ਜਿਹੜਾ ਭਾਵ ਵਿੱਚ, ਪ੍ਰੇਮ ਵਿੱਚ ਭਿੱਜ ਕੇ ਰੱਬ ਦਾ ਰੂਪ ਹੋ ਜਾਏ। ਫਿਰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੇ ਕਿਹਾ ਉਹ ਭਗਤ ਜਿਨ੍ਹਾਂ ਦਾ ਹੁਕਮ ਰੱਬ ਤੇ ਵੀ ਚੱਲ ਜਾਂਦਾ ਹੈ, ਕਿਸੇ ਤੇ ਉਹ ਨਜ਼ਰ ਕਰ ਦੇਣ ਉਹ ਵੀ ਲੇਖ ਬਦਲ ਸਕਦੇ ਨੇ। 3 ਹਸਤੀਆਂ ਲੇਖ ਬਦਲਦੀਆਂ ਨੇ। ਇੱਕ ਅਕਾਲ ਪੁਰਖ ਰੱਬ ਖੁਦ, ਦੂਜਾ ਅਕਾਲ ਪੁਰਖ ਦਾ ਰੂਪ ਸਤਿਗੁਰੂ, ਤੇ ਤੀਜਾ ਅਕਾਲ ਪੁਰਖ ਵਿੱਚ ਸਮਾਇਆ ਹੋਇਆ ਕੋਈ ਸਾਧੂ। ਉਹ ਲੇਖ ਬਦਲ ਸਕਦਾ ਹੈ। ਨਹੀਂ ਤੇ ਸਾਧ ਸੰਗਤ ਆਮ ਬੰਦਿਆਂ ਕੋਲ ਕਿੰਨਾ ਵੀ ਗਿਆਨ ਹੋਵੇ, ਉਹ ਬੰਦੇ ਕਰਮ ਬਦਲ ਸਕਦੇ ਨੇ, ਲੇਖ ਨਹੀਂ ਬਦਲ ਸਕਦੇ। ਚੰਗੇ ਪੁਰਸ਼ਾਂ ਕੋਲ ਰਹੋਗੇ ਤੁਹਾਡੇ ਕਰਮ ਤਬਦੀਲ ਹੋ ਜਾਣਗੇ। ਮਾੜੇ ਪਾਸਿਓਂ ਚੰਗੇ ਪਾਸੇ ਆ ਜਾਓਗੇ। ਬੁਰਾਈ ਛੱਡ ਕੇ ਚੰਗਿਆਈ ਹੋ ਸਕਦੀ ਹੈ, ਪਰ ਮਾਫ ਕਰਿਓ ਲੇਖ ਬਦਲਣ ਦੀ ਗੱਲ
ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਨੇ ਕਹੀ, ਉਹ ਕੌਣ ਬਦਲ ਸਕਦਾ ਹੈ? ਜਿਹਦੇ ਹੁਕਮ ਵਿੱਚ ਧਰਿਆ ਹੋਇਆ ਹੈ। ਇਹਨੂੰ ਹਜ਼ੂਰ ਕਹਿਣਗੇ ਹੁਕਮੇ ਧਾਰ ਤਰ ਰਹਾਵੇ, ਹੁਕਮੇ ਉਪਜੈ ਹੁਕਮ ਸਮਾਵੇ। ਜਿਹੜੀ ਬਾਣੀ ਯਾਦ ਹੋਵੇ ਨਾਲ ਪੜਿਆ ਕਰੋ, ਤੁਹਾਡੀ ਹਾਜ਼ਰੀ ਲੱਗਦੀ। ਹੁਕਮੇ ਧਾਰਿਆ ਤਰ ਰਹਾਵੇ, ਹੁਕਮੇ ਉਪਜੈ ਹੁਕਮ ਸਮਾਵੇ। ਹੁਕਮੇ ਊਚ ਨੀਚ ਵਿਵਹਾਰ, ਹੁਕਮੇ ਅਨੇਕ ਰੰਗ ਪ੍ਰਕਾਰ। ਉਹਦਾ ਹੁਕਮ ਹੈ, ਉਹ ਲਿਖੀ ਹੋਈ ਚੀਜ਼ ਕੱਟ ਸਕਦਾ ਹੈ। ਦੂਜਾ ਸਤਿਗੁਰੂ ਵਿੱਚ ਪਾਵਰ ਹੈ, ਉਹ ਕਿਸੇ ਦੇ ਮਸਤਕ ਦੇ ਲੇਖ ਤਬਦੀਲ ਕਰ ਸਕਦਾ ਹੈ। ਆ ਸਾਖੀ ਇਤਿਹਾਸ ਵਿੱਚ ਬੜੀ ਮਕਬੂਲ ਹੈ, ਇਹ ਅਕਸਰ ਤੁਸੀਂ ਸੁਣਦੇ ਰਹਿੰਦੇ ਹੋ। ਮੈਂ ਸਿਰਫ ਤੁਹਾਡਾ ਧਿਆਨ ਦਿਵਾਉਣਾ, ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਮੀਰੀ ਪੀਰੀ ਦੇ ਮਾਲਕ ਦਾਤੇ ਸਤਿਗੁਰੂ ਹਜ਼ੂਰ ਦੇ ਚਰਨਾਂ ਵਿੱਚ ਇੱਕ ਮਾਈ ਆਉਂਦੀ ਹੈ ਤੇ ਅਰਦਾਸ ਕੀ ਕਰਦੀ ਹੈ? ਮਹਾਰਾਜ ਬਹੁਤ ਦਰਾਂ ਤੇ ਭਟਕ ਕੇ ਥੱਕ ਗਈਆਂ। ਕਿਸੇ ਨੇ ਮਹਾਰਾਜ ਤੁਹਾਡੇ ਘਰ ਵੱਲ ਦੱਸਿਆ ਕਿ ਗੁਰੂ ਨਾਨਕ ਦੇ ਘਰ ਚੋਂ ਜੋ ਮੰਗੋ ਮਿਲਦਾ। ਮਹਾਰਾਜ ਮੇਰੇ ਤੇ ਕਿਰਪਾ ਤਰਸ ਕਰੋ, ਮੈਨੂੰ ਔਲਾਦ ਬਖਸ਼ੋ। ਮਹਾਰਾਜ ਧਨ ਦੌਲਤ ਪੈਸਾ ਪਦਾਰਥ ਜ਼ਮੀਨ ਜਾਇਦਾਦ ਸਭ ਕੁਝ ਹੈ, ਇੱਕ ਕਿਰਪਾ ਕਰੋ ਪਾਤਸ਼ਾਹ ਮੈਨੂੰ ਔਲਾਦ ਦੀ ਦਾਤ ਬਖਸ਼ੋ। ਤੇ ਛੇਵੇਂ ਪਾਤਸ਼ਾਹ ਕੀ ਜਵਾਬ ਦਿੰਦੇ? ਕਹਿੰਦੇ ਮਾਈ ਤੇਰੇ ਲੇਖਾਂ ਵਿੱਚ ਰੱਬ ਨੇ ਔਲਾਦ ਨਹੀਂ ਲਿਖੀ, ਤੇਰੇ ਭਾਗਾਂ ਵਿੱਚ ਪਰਮਾਤਮਾ ਨੇ ਦਾਤ ਨਹੀਂ ਲਿਖੀ, ਤੇਰੇ ਲੇਖਾਂ ਵਿੱਚ ਔਲਾਦ ਲਿਖੀ ਹੀ ਨਹੀਂ। ਬਸ ਇੰਨੀ ਗੱਲ ਸੁਣੀ ਮਨ ਉਦਾਸ ਹੋ ਗਿਆ, ਰੋਣ ਲੱਗ ਪਈ। ਸੇਵਾਦਾਰ ਨੇ ਹਲੂਣਾ ਦੇ ਕੇ ਕਿਹਾ ਮਾਈ ਪਿਛਾ ਹੋ ਕੇ ਬੈਠੋ, ਦੂਜਿਆਂ ਵੀ ਮੱਥਾ ਟੇਕਣਾ। ਉਹ ਮਾਈ ਸਭ ਤੋਂ ਪਿੱਛੇ ਬਹਿ ਗਈ। ਸਾਡੇ ਮਨ ਦਾ ਸੁਭਾਅ ਹੈ, ਮਨ ਆਪਣੇ ਆਪ ਨਾਲ ਇਕੱਲਿਆਂ ਬਹਿ ਕੇ ਗੱਲਾਂ ਕਰਦਾ ਰਹਿੰਦਾ। ਕੁਝ ਪਲਾਂ ਬਾਅਦ ਉਹ ਆਪਣੇ ਮਨ ਨਾਲ ਗੱਲਾਂ ਕਰਨ ਲੱਗ ਪਈ। ਕਰਮ ਜਲੀਏ ਸੁਲੱਖਣੀਏ, ਜੇ ਤੇਰੇ ਭਾਗਾਂ ਵਿੱਚ ਹੀ ਨਹੀਂ ਤੈਨੂੰ ਕੌਣ ਦੇ ਸਕਦਾ? ਜੇ ਤੇਰੇ ਲੇਖਾਂ ਵਿੱਚ ਲਿਖਿਆ ਹੀ ਨਹੀਂ ਤੈਨੂੰ ਕੌਣ ਦੇ ਸਕਦਾ? ਆਪਣੇ ਭਾਗਾਂ ਲੇਖਾਂ ਨੂੰ ਕੋਸਦੀ ਹੋਈ ਉੱਠ ਖਲੋਤੀ, ਰੋਂਦਿਆਂ ਦਰਬਾਰ ਚੋਂ ਚਲੀ ਗਈ। ਅਜੇ 10 ਕਦਮ ਗਈ, ਇੰਨੇ ਨੂੰ ਪਿਛਾਂ ਕਿਸੇ ਆਵਾਜ਼ ਮਾਰ ਕੇ ਕਿਹਾ ਬੇਟਾ ਰੁਕ ਜਾਓ। ਉਹ ਮਾਈ ਰੁਕ ਗਈ। ਪਿਛਾਂ ਪਰਤ ਕੇ ਵੇਖਿਆ ਕੌਣ ਹੈ, ਤੇ ਆਵਾਜ਼ ਮਾਰਨ ਵਾਲਾ ਪਤਾ ਕੌਣ? ਵਿਰਧ ਸ਼ਰੀਰ, ਚਿੱਟਾ ਸ਼ਮਸ਼ ਦਾੜਾ, ਅੱਖਾਂ ਦੇ ਵਾਲ ਵੀ ਚਿੱਟੇ। ਇਹ ਬਜ਼ੁਰਗ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਕੋਲ ਹੋ ਕੇ ਕਿਹਾ ਬੇਟਾ ਰੋ ਕਿਉਂ ਰਹੀ ਹੈ? ਅੱਗੋਂ ਅੱਖਾਂ ਭਰ ਕੇ ਕਿਹਾ ਬਾਬਾ ਰੋਵਾਂ ਨਾ ਤਾਂ ਹੋਰ ਕੀ ਕਰਾਂ। ਕਿਸੇ ਨੇ ਦੱਸਿਆ ਸੀ ਗੁਰੂ ਨਾਨਕ ਦੇ ਘਰ ਵਿੱਚੋਂ ਸਭ ਕੁਝ ਮਿਲਦਾ, ਮੈਨੂੰ ਤਾਂ ਗੁਰੂ ਨੇ ਜਵਾਬ ਦੇ ਦਿੱਤਾ ਤੇਰੇ ਭਾਗਾਂ ਵਿੱਚ ਲਿਖਿਆ ਹੀ ਨਹੀਂ, ਤੇਰੇ ਲੇਖਾਂ ਵਿੱਚ ਔਲਾਦ ਹੀ ਨਹੀਂ ਲਿਖੀ। ਤੇ ਬਾਬੇ ਬੁੱਢਾ ਸਾਹਿਬ ਨੇ ਪਤਾ ਕੀ ਕਿਹਾ? ਕਹਿੰਦੇ ਧੀਏ ਮੇਰੇ ਵੱਲ ਵੇਖ, ਮੈਨੂੰ 100 ਸਾਲ ਤੋਂ ਉੱਪਰ ਹੋ ਗਿਆ ਇਸ ਘਰ ਵਿੱਚ ਰਹਿੰਦੇ। ਸਾਧ ਸੰਗਤ, ਬਾਬਾ ਬੁੱਢਾ ਸਾਹਿਬ ਦੀ ਉਮਰ 125 ਸਾਲ ਹੋਈ। 12 ਸਾਲ ਦੀ ਉਮਰ ਵਿੱਚ ਸਿੱਖੀ ਧਾਰਨ ਕੀਤੀ, 113 ਸਾਲ ਗੁਰੂ ਨਾਨਕ ਦੀ ਸਿੱਖੀ ਕਮਾਈ, 125 ਸਾਲ ਦੀ ਉਮਰ ਹੋਈ। ਪਿਆਰ ਨਾਲ ਕਿਹਾ ਧੀਏ ਮੇਰੇ ਵੱਲ ਵੇਖ, ਮੈਨੂੰ 100 ਸਾਲ ਤੋਂ ਉੱਪਰ ਹੋ ਗਿਆ ਇਸ ਘਰ ਵਿੱਚ ਖਿਦਮਤ ਕਰਦਿਆਂ, ਸੇਵਾ ਕਰਦਿਆਂ। ਮੈਂ ਅੱਜ ਤੱਕ ਕੋਈ ਉਦਾਸ ਤੇ ਨਿਰਾਸ਼ ਜਾਂਦਾ ਨਹੀਂ ਵੇਖਿਆ। ਫਿਰ ਕੀ ਹੋਇਆ? ਤੈਨੂੰ ਜਵਾਬ ਦੇ ਦਿੱਤਾ। ਇੰਨਾ ਹੀ ਕਿਹਾ ਕਿ ਤੇਰੇ ਲੇਖਾਂ ਵਿੱਚ ਔਲਾਦ ਰੱਬ ਨੇ ਨਹੀਂ ਲਿਖੀ, ਤੇਰੇ ਭਾਗਾਂ ਵਿੱਚ ਔਲਾਦ ਰੱਬ ਨੇ ਨਹੀਂ ਲਿਖੀ। ਇੰਨਾ ਹੀ ਕਿਹਾ। ਤੇ ਉਹ ਮਾਈ ਨੇ ਕਿਹਾ ਬਾਬਾ ਇਸ ਤੋਂ ਵੱਡੀ ਹੋਰ ਕੀ ਗੱਲ ਹੋ ਸਕਦੀ? ਜੇ ਗੁਰੂ ਨੇ ਜਵਾਬ ਦੇ ਦਿੱਤਾ ਇਸ ਤੋਂ ਵੱਡੀ ਹੋਰ ਕੀ ਗੱਲ ਹੋਣੀ? ਬਾਬੇ ਬੁੱਢੇ ਨੇ ਪਿਆਰ ਵਿੱਚ ਭਿੱਜ ਕੇ ਕਿਹਾ ਧੀਏ ਜਿਹੜੇ ਗੁਰੂ ਕੋਲੋਂ ਵਾਪਸ ਮੁੜ ਕੇ ਉਦਾਸ ਹੋ ਕੇ ਚੱਲੀ ਐ, ਸ਼ਾਇਦ ਤੈਨੂੰ ਪਤਾ ਨਹੀਂ ਉਹ ਗੁਰੂ ਲੇਖਾਂ ਵਿੱਚ ਲਿਖਣ ਦੀ ਸਮਰੱਥਾ ਰੱਖਦਾ ਹੈ, ਉਹ ਗੁਰੂ ਭਾਗ ਤਬਦੀਲ ਕਰਨ ਦੀ ਸਮਰੱਥਾ ਰੱਖਦਾ ਹੈ। ਜਾ ਦੁਆਰਾ ਫਿਰ ਅਰਦਾਸ ਕਰ। ਤੇ ਜੇ ਹੁਣ ਕਹਿਣਾ ਤੇਰੇ ਭਾਗਾਂ ਵਿੱਚ ਨਹੀਂ ਲਿਖਿਆ, ਪੂਰੇ ਵਿਸ਼ਵਾਸ ਨਾਲ ਮੰਗ ਕੇ ਕਹੀਂ ਸਤਿਗੁਰੂ
नहीं लिखिया ते हुण लिख दिओ। उस माई का मन जाग गया जी अंदरों। जागण का भाव विश्वास में जागना। जिन्हों हजूर कहणगे जाग लिहो रे मना जाग लिहो, कहाँ गाफल सोया। संसार की गफलत चों उठ, विश्वास की जाग विच आ। ये आलस की नींद त्याग, अंदरों विश्वास वाली जागृति चाहिए। तो माही का मन जाग गया, रुक गई। शामां दे दीवान सजे, हजूर नूं फिर अरदास कीती। छेवें पातशाह ने विंदिया सार वो माई नूं कहा, माई तैनूं ते सवेरे जवाब दिता है, तेरे भागां विच औलाद नहीं लिखी, तेरे लेखां विच औलाद नहीं। इन्नी गल सुनदिया सार उस माई ने अखां ना खोलियां, मन विराग च भरिया होया, हाथ जोड़ के कहा, सतगुरु नहीं लिखिया फिर हुण लिख दिओ, तुसीं लिखना। छेवें पातशाह गुरु हरगोबिंद साहब महाराज एकदम अंतरजामी दाते ने नजर मारी उस माई दे मस्तक वल ते हजूर चुप कर गए। भाई संतोख सिंह लिख दे, एक घड़ी 24 मिनट संगत विच कोई ना बोलिया। छेवें पातशाह नेत्र बंद करके चुप बैठे रहे। वो माही झोली अड के खलोती रही। बाकी संगत नूं नमस्कार करन तो रोक दिता गया। हजूर एकदम विस्मत में चले गए। ते भाई संतोख सिंह लिख दे, एक घड़ी तब तुशन रहे हो, श्री मुख ते तब इम वै कहे हो। एक घड़ी 24 मिनटा बाद मीरी पीरी दे मालक पातशाह मुस्कुरा के बोले, कहंदे माई तेरे भागां च लिखिया नहीं सी, तू लिखवा लिया, तैनू किसे जागे होए ने जगा दिता है। जेड़ा इन्ने विश्वास नाल मंगे रब नू देना ही पैंदा है। हजूर ने कहा विश्वास विचों रब प्रगट हुंदा है। जाके हृदय विश्वास प्रभ आया, तत् ज्ञान तिस मन प्रगटाया। फिर हजूर मुस्कुरा के प्रसन्नता विच आए ते पातशाह ने वचन कहा, माई एक मंगिया ते एक दिता, ओदा की फायदा। जा 7 पातशाहियां तक तैनू 7 पुत्र बख्शे। ते साध संगत अज भी चब्बे जाके वेखियो, ओ माई दी औलाद दे 7 पुत्रां दे नां ते 7 पत्तियां अज भी वसियां होईयां। मेघोल मुगोल मेंगोल किन्ने पिंडों दी औलाद दे नां ते वसे। कहण तो भाव अंदर विश्वास होवे, गुरु दे कोल समर्थ है, वो लेख बदल दिंदा है। नहीं ते किसे कोल समर्था नहीं। लिखे हुए लेख सीधा रब बदलदा है, जां गुरु दे कोल पावर है वो बदलदा है। ते तीजा साध संगत कोई रब विच समाया होया साधु भी बदल दिंदा है। हुण जिहड़ी चीज ते जोर लगा ना, कोई संत नहीं है, कोई साधु नहीं है। इत्थों तक ऐलान किया जा रहा है, हुण कित्थे गए ब्रह्म ज्ञानी? नहीं साध संगत, साधु कोई रस्ते में तुरिया जांदा जादूगर नहीं, जिहड़ा लोकां नूं करामतां करके विखा। साधु अकाल पुरख रब दे भय विच चलदा है। साधु अकाल पुरख दे हुक्म तो बाहर कोई गल नहीं करदा। ओनू अकाल पुरख आदेश करे फिर वो सृष्टि दे भले ले कदम पटदा है। अदरवाइज साधु कोई राह जांदा जादूगर नहीं। हाँ एक चीज मैं जरूर लाइव तो कही, ये ठीक है, दंभ पखंड वधिया दुनिया विच, इहदे विच कोई शक नहीं। दंभ पखंड वधिया, आर्टिफिशियल बाजारां विच बड़े गहने मिलदे ने, पर सज्जणों 1 2 4 वार पानी पै जाए तो ओदा निखल उतर जांदा है। पर इहदा भाव अर्थ ये नहीं है कि लोकां कोल सोना खत्म हो गया, सोना भी मौजूद है। आर्टिफिशियल नकल बद है पर असल सोना भी मौजूद है। दंभ पखंड वधे पर भगती वाले ते सेवा वाले भी मौजूद है। इस गल तो मुनक्कर नहीं होना चाहिए। साधु तो बगैर धरती खाली रह नहीं सकती। ये काल पुरख रब दा हुक्म है, उन्हें जपण वाले भगती वाले सेवा वाले रखे ने। साध संगत इसलिए ये याद रखना चाहिए। दूजा वो है साध संगत जिहड़ा रब विच समा के रब वर्गा हो गया। कदे गुरु ग्रंथ साहिब जी की बाणी पढ़ो, श्री गुरु अर्जन देव महाराज जी ने भगती करन वालियां दी इन्नी वडियाई कीती। इत्थों तक कहो जिन्हां नूं रब दा नाम विसरदा नहीं, वो पता क्यों जाए ने,
ਕਿਸੇ ਚੀਜ਼ ਨਾਲ ਤਸ਼ਵੀਹ ਨਹੀਂ ਦਿੱਤੀ। ਹਾਲਾਂਕਿ ਗੁਰਮਤ ਵਿੱਚ ਉਦਾਹਰਨਾਂ ਬੜੀਆਂ ਨੇ। ਭਾਈ ਗੁਰਦਾਸ ਸਾਹਿਬ ਨੇ ਐਗਜ਼ਾਮਪਲ ਦਿੱਤੀ, ਸਾਧੂ ਕਿਹੋ ਜਿਹੇ, ਕਹਿੰਦੇ ਫਲਦਾਰ ਦਰਖਤ ਵਰਗਾ, ਕੋਈ ਵੱਟਾ ਮਾਰੇ ਚੁੱਕ ਕੇ ਨਿੰਦਿਆ ਦਾ ਉਹਦੇ, ਜਿਵੇਂ ਦਰਖਤ ਤੇ ਵੱਟਾ ਮਾਰੋ ਬਦਲੇ ਚ ਖਾਣ ਲਈ ਫਲ ਦਿੰਦਾ, ਏਦਾਂ ਕੋਈ ਨਿੰਦਿਆ ਵੀ ਕਰੇ ਸਾਧੂ ਤਾਂ ਵੀ ਭਲਾ ਕਰਦਾ। ਇਹ ਸੰਤ ਦੀ ਨਿਸ਼ਾਨੀ ਹੈ। ਤੇ ਸਾਧ ਸੰਗਤ, ਜਦੋਂ ਗੁਰੂ ਅਰਜਨ ਦੇਵ ਮਹਾਰਾਜ ਜੀ ਤੋਂ ਪੁੱਛੀਏ ਮਹਾਰਾਜ ਸਾਧੂ ਕਿਹੋ ਜਿਹੇ, ਪਾਤਸ਼ਾਹ ਨੇ ਕਿਸੇ ਨਾਲ ਤਸ਼ਵੀਹ ਨਹੀਂ ਦਿੱਤੀ, ਕਿਸੇ ਚੀਜ਼ ਕਿਸੇ ਵਸਤੂ ਨਾਲ ਤਸ਼ਵੀਹ ਨਹੀਂ। ਕਹਿੰਦੇ ਸਾਧੂ ਜਪਣ ਵਾਲਾ ਪਤਾ ਕਿਹੋ ਜਿਹਾ, ਕਹਿੰਦੇ ਉਹ ਤਾਂ ਰੱਬ ਵਰਗਾ ਹੀ ਹੈ। ਫਿਰ ਜੇ ਉਹਦੇ ਵਿੱਚ ਸਮਾ ਜਾਓ ਤੇ ਉਹਦੇ ਵਰਗਾ ਹੀ ਹੈ। ਜਿਨ੍ਹਾਂ ਨਾ ਵਿਸਰੈ ਨਾਮ ਸੇ ਕਨਿਆ, ਭੇਦ ਨਾ ਜਾਣੋ ਮੂਲ ਸਾਈਂ ਜਿਹਾ। ਉਹ ਰੱਬ ਵਰਗਾ ਹੀ ਨੇ, ਕਿਉਂਕਿ ਰੱਬ ਵਿੱਚ ਸਮਾ ਗਏ। ਸਮਾਇਆ ਹੋਇਆਂ ਨੂੰ ਪਾਤਸ਼ਾਹ ਦੀ ਬਾਣੀ ਨੇ ਕਿਹਾ ਮੇਰੀ ਬੰਦੀ ਭਗਤ ਛਡਾਵੇ। ਰੱਬ ਕਹਿੰਦਾ ਬੰਦੇ ਭਗਤ ਨ ਛੁਟੈ ਮੋਏ, ਇੱਕ ਸਮੇ ਮੋਕੋ ਗਏ ਬੰਦੇ। ਤੋਫਨ ਮੋਹ ਪੈ ਜਵਾਬ ਨਾ ਹੋਏ। ਇਸ ਲਈ ਸ਼ਰਧਾ ਦੀ ਦੁਨੀਆ ਵਿੱਚ ਕੋਈ ਕੀਮਤ ਨਹੀਂ, ਸ਼ਰਧਾ ਦਾ ਕੋਈ ਮੁੱਲ ਨਹੀਂ, ਸ਼ਰਧਾ ਦਾ ਕੋਈ ਪੈਮਾਨਾ ਨਹੀਂ। ਵੇ ਇੱਥੇ ਤੱਕ ਹੀ ਹੈ। ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੀ ਵਡਿਆਈ 'ਚ ਜੁੜ ਬੈਠੇ ਹੋ। ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਬਾਣੀ ਵਿੱਚ ਵਡਿਆਈ ਕੀਤੀ। ਕਹਿੰਦੇ ਸਾਡੇ ਘਰ ਜਿਸ ਪੁੱਤਰ ਨੇ ਜਨਮ ਲਿਆ, ਪ੍ਰਗਟ ਹੋਇਆ, ਪਾਤਸ਼ਾਹ ਨੇ ਬਚਨ ਕਹੇ ਦੁਨੀਆ ਦੇ ਲੋਕੋ ਕੱਲਾ ਹਰਗੋਬਿੰਦ ਨਹੀਂ, ਕਹਿੰਦੇ ਉਹ ਅਕਾਲ ਪੁਰਖ ਰੱਬ ਦਾ ਭਗਤ ਸਾਡੇ ਘਰ ਵਿੱਚ ਆਇਆ। ਪਾਤਸ਼ਾਹ ਦੇ ਬਚਨ ਪੜੋ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ। ਹਜੂਰ ਜਿੱਥੇ ਬਚਨ ਕਹਿੰਦੇ ਆਸਾ ਮਹੱਲਾ ਪੰਜਵਾਂ, ਸਤਿਗੁਰ ਸਾਚੈ ਦੀਆ ਭੇਜ, ਚਿਰ ਜੀਵਨ ਉਪਜਿਆ ਸੰਜੋਗ। ਉਧਰੇ ਮਾਹਿ ਆਇ ਕੀਆ ਨਿਵਾਸ, ਮਾਤਾ ਕਹਿ ਮਨ ਬਹੁਤ ਵਿਗਾਸ। ਜੰਮਿਆ ਪੂਤ ਭਗਤ ਗੋਬਿੰਦ ਕਾ। ਸਿੱਧਾ ਅਕਾਲ ਪੁਰਖ ਦਾ ਭਗਤ ਸਾਡੇ ਘਰ ਵਿੱਚ ਆਇਆ। ਇਹ ਕੋਈ ਆਮ ਹਸਤੀ ਨਹੀਂ। ਜੰਮਿਆ ਪੂਤ ਭਗਤ ਗੋਬਿੰਦ ਕਾ, ਪ੍ਰਗਟਿਆ ਸਭ ਮੈਂ ਲਿਖਿਆ ਧੁਰ ਕਾ। ਕਹਿੰਦੇ ਹੁਣ ਪ੍ਰਗਟ ਹੋਈ ਹੈ ਗੱਲ, ਇਹ ਧੁਰੋਂ ਜੋ ਅਕਾਲ ਪੁਰਖ ਨੇ ਲਿਖਿਆ। ਇੱਕ ਸਭ ਤੋਂ ਵੱਡੀ ਵਡਿਆਈ ਦੀ ਗੱਲ, ਕਹਿੰਦੇ ਇਹ ਗੱਲ ਹੁਣ ਛੁਪੀ ਨਹੀਂ ਰਹਿਣੀ, ਪ੍ਰਗਟ ਹੋ ਜਾਣੀ। ਕਿਹੜੀ? ਗੁੱਜੀ ਛੰਨੀ ਨਾਹੀ ਬਾਤ, ਗੁਰੂ ਨਾਨਕ ਤੁਠਾ ਕਿੰਨੀ ਦਾਤ। ਕਹਿੰਦੇ ਇਹ ਗੱਲ ਛੁਪੀ ਨਹੀਂ ਹੋ ਰਹਿਣੀ, ਪ੍ਰਗਟ ਹੋਣੀ ਹੈ। ਗੁਰੂ ਨਾਨਕ ਤਰੁੱਠ ਪਏ ਨੇ, ਉਹਨਾਂ ਨੇ ਦਾਤ ਨਿਰੰਕਾਰ ਦੇ ਘਰੋਂ ਸਾਨੂੰ ਭੇਜ ਦਿੱਤੀ ਹੈ। ਗੁਰੂ ਨਾਨਕ ਕਦੋਂ ਤਰੁੱਠੇ? ਪਾਤਸ਼ਾਹ ਜਾਣ ਲੱਗਿਆ ਕਹਿ ਗਏ ਬੁੱਢਿਆ ਤੇਰੇ ਤੋਂ ਕਦੇ ਓਲੇ ਨਾ ਹੋਸੀ, ਜਿੱਥੇ ਤੇਰਾ ਵਾਸਾ ਉੱਥੇ ਗੁਰੂ ਨਾਨਕ ਦਾ ਵਾਸਾ। ਇਤਿਹਾਸ ਕਹਿੰਦਾ ਬਾਬਾ ਬੁੱਢੇ ਵਿੱਚੋਂ ਧੰਨ ਗੁਰੂ ਨਾਨਕ ਪ੍ਰਸੰਨ ਹੋ। ਹੁਣ ਇੱਕ ਚੀਜ਼ ਤੇ ਤਰਕ ਹੋਣਾ ਜੀ, ਗੁਰੂ ਨਾਨਕ ਗੁਰੂ ਅਰਜਨ ਸਾਹਿਬ ਵਿੱਚ ਹੈ ਕਿ ਬਾਬੇ ਬੁੱਢੇ ਵਿੱਚ ਹੈ? ਕਿਉਂਕਿ ਅਸੀਂ ਇੱਕ ਪਾਸੜ ਵਿਆਖਿਆ ਕਰਨ ਲੱਗ ਪਏ। ਗੁਰਮਤ ਬਹੁਤ ਗੰਭੀਰ ਹੈ, ਗੁਰਸਿੱਖੀ ਬੁੱਝਣ ਦਾ ਵਿਸ਼ਾ ਹੈ। ਤਾਈਓ ਪਾਤਸ਼ਾਹ ਨੇ ਕਿਹਾ ਜੇ ਕੋ ਬੁੱਝੈ ਹੋਵੇ ਸਚਿਆਰ। ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਪੜੋ। ਮੈਂ ਬਾਣੀ ਦੇ ਆਸ਼ੇ ਤੋਂ ਬਾਹਰ ਨਹੀਂ ਜਾਵਾਂਗਾ। ਰੱਬ ਨੂੰ ਮਿਲਣਾ ਹੈ, ਬਾਣੀ ਕਹੇਗੀ ਜਾਂ ਗੁਰੂ ਕੋਲ ਜਾ, ਸਿੱਧਾ ਨਹੀਂ ਮਿਲਣਾ ਰੱਬ ਨੇ। ਜਿਹਨੂੰ ਲੋਕ ਰੱਬ ਕਹਿੰਦੇ ਨੇ, ਅਕਾਲ ਪੁਰਖ ਕਹਿੰਦੇ ਨੇ, ਜਿਹੜਾ ਸਰਵ ਵਿਆਪਕ ਹੈ, ਸਰਵ ਕਲਾ ਸਮਰੱਥ ਹੈ, ਸਰਵ ਸ਼ਕਤੀਮਾਨ ਹੈ, ਓਮਨੀਪੋਟੈਂਟ ਹੈ, ਜਿਹੜਾ ਅਚਲ ਮੂਰਤ ਹੈ, ਉਹਨੂੰ ਜੇ ਮਿਲਣਾ, ਰੱਬ ਨੇ ਕਿਹਾ ਸਿੱਧਾ ਨਹੀਂ ਮਿਲਦਾ, ਜਾਂ ਗੁਰੂ ਕੋਲ ਜਾ। ਪੜੋ ਬਚਨ, ਜੇ 100 ਚੰਦਾ ਉਗਵੇ ਸੂਰਜ ਚੜੇ ਹਜ਼ਾਰ, ਇੱਥੇ ਚਾਨਣ ਹੁੰਦਿਆਂ ਗੁਰਬਿਨ ਘੋਰ ਅੰਧਾਰ। ਕੁੰਭੇ ਬੱਧਾ ਜਲ ਰਹਿ, ਜਲ ਬਿਨ ਕੁੰਭ ਨਾ ਹੋਏ, ਗਿਆਨ ਕਾ ਵੱਧਾ ਮਨ ਰਹੇ, ਗੁਰਬਿਨ ਗਿਆਨ ਨਾ ਹੋਏ। ਗੁਰੂ ਤੋਂ ਬਗੈਰ ਨਹੀਂ ਰੱਬ ਮਿਲ ਸਕਦਾ। ਗੁਰਬਿਨ ਘੋਰ ਅੰਧਾਰ, ਗੁਰੂ ਬਿਨ ਸਮਝ ਨਾ ਆਵੇ। ਗੁਰਬਿਨ ਸੁਰਤ ਨ ਸਿੱਧ, ਗੁਰੂ ਬਿਨ ਮੁਕਤ ਨ ਪਾਵੇ। ਤੇ ਜਦੋਂ ਗੁਰੂ ਕੋਲ ਆਓਗੇ, ਪਾਤਸ਼ਾਹ ਰੱਬ ਨੂੰ ਮਿਲਣ ਵਾਸਤੇ ਗੁਰੂ ਕੋਲ ਆਏ ਆ, ਤੇ ਹੁਣ ਗੁਰੂ ਕੀ ਕਹਿੰਦਾ?
ਸਤਿਗੁਰੂ ਕਹਿਣਗੇ ਜੇ ਮੇਰੇ ਤੱਕ ਆਉਣਾ ਰੱਬ ਨੂੰ ਮਿਲਣਾ ਹੈ, ਹਾਂਜੀ ਰੱਬ ਨੂੰ ਮਿਲਣ ਵਾਸਤੇ ਗੁਰੂ ਧਾਰਨ ਕੀਤਾ। ਫਿਰ ਗੁਰਮਤਿ ਵਿੱਚ ਗੁਰੂ ਕਹਿੰਦਾ ਪਹਿਲਾਂ ਗੁਰਸਿੱਖਾਂ ਵਿੱਚੋਂ ਹੋ ਕੇ ਆ। ਮਹਾਰਾਜ ਉਹਨਾਂ ਵਿੱਚ ਕਿਉਂ ਜਾਣਾ, ਉਹ ਤੇ ਮੇਰੇ ਵਰਗੇ ਨੇ। ਕਹਿੰਦੇ ਨਹੀਂ, ਉਹਨਾਂ ਵਿੱਚ ਕਈ ਮੇਰੇ ਵਰਗੇ ਹੋ ਗਏ ਨੇ। ਇੱਕ ਵਾਰ ਆਖੋ ਸਤਨਾਮ ਸ੍ਰੀ। ਗੁਰੂ ਕਹੇਗਾ ਉਹਨਾਂ ਵਿੱਚ ਕਈ ਮੇਰੇ ਵਰਗੇ ਹੋ ਗਏ ਨੇ, ਪਹਿਲਾਂ ਗੁਰਸਿੱਖਾਂ ਵਿੱਚੋਂ ਹੋ ਕੇ ਆ। ਕਿਉਂਕਿ ਗੁਰਸਿੱਖਾਂ ਅੰਦਰ ਸਤਿਗੁਰ ਵਰਤੈ, ਚੁਣ ਕੱਢੇ ਲੱਦੋ ਵਾਰੇ। ਬਾਬੇ ਬੁੱਢੇ ਵਿੱਚ ਵੀ ਗੁਰੂ ਨਾਨਕ ਵਰਤਣ ਲੱਗ ਪਏ। ਸਾਧ ਸੰਗਤ, ਘੜਾ ਪਾਣੀ ਦਾ ਭਰਿਆ ਹੋਵੇ, ਆਕਾਸ਼ ਵਾਲਾ ਚੰਦਰਮਾ ਉਸ ਘੜੇ ਵਿੱਚ ਵੀ ਦਿਸਦਾ ਹੈ। ਆਕਾਸ਼ ਵਾਲੇ ਚੰਦਰਮੇ ਦੀ ਤਸਵੀਰ ਉੱਚ ਵੀ ਦਿਸਦੀ ਹੈ। ਕਮਰੇ 'ਚ ਸ਼ੀਸ਼ੇ ਲਾ ਦਿਓ, ਸਾਫ਼ ਹੋਣੇ ਚਾਹੀਦੇ ਨੇ। ਤੁਹਾਡੀਆਂ ਕਈ ਤਸਵੀਰਾਂ ਸ਼ੀਸ਼ੇ ਦਿਸਣਗੀਆਂ। ਜੇ ਇੱਕ ਬੰਦੇ ਦੀ ਤਸਵੀਰ ਲੱਗੇ ਹੋਏ ਸੈਂਕੜੇ ਸ਼ੀਸ਼ਿਆਂ ਦਿਸ ਸਕਦੀ ਹੈ, ਚਿੱਤੇ ਰੱਖਿਓ ਹਿਰਦੇ ਦਾ ਸ਼ੀਸ਼ਾ ਸਾਫ਼ ਹੋਵੇ, ਗੁਰੂ ਨਾਨਕ ਤੁਹਾਡੇ 'ਚੋਂ ਵੀ ਦਿਸ ਸਕਦਾ। ਐਵੇਂ ਥੋੜੀ ਬਾਬੇ ਬੁੱਢੇ ਵਿੱਚ। ਬੁੱਢਿਆ ਤੇਰੇ ਤੋਂ ਕਦੇ ਓਲੇ ਨਾ ਹੋਸੀ, ਜਿੱਥੇ ਤੇਰਾ ਵਾਸਾ ਉੱਥੇ ਗੁਰੂ ਨਾਨਕ ਦਾ ਵਾਸਾ। ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਪ੍ਰਤੱਖ ਹਰ ਰੱਬ ਗੁਰੂ ਨਾਨਕ ਦੀ ਮੂਰਤ ਨੇ। ਪਰ ਸਾਨੂੰ ਸਮਝਾਉਣ ਵਾਸਤੇ ਇੱਕ ਕੌਤਕ ਰਚਿਆ, ਸਾਨੂੰ ਇਹ ਗੱਲ ਸਮਝਾਉਣ ਵਾਸਤੇ ਗੱਲ ਕਹੀ ਕਿ ਭਾਈ ਜਿਹੜੀ ਚੀਜ਼ ਨਾ ਮਿਲਦੀ ਹੋਵੇ ਜਾਓ ਸੇਵਾ ਕਰਕੇ ਲੈ ਲਓ, ਗੁਰੂ ਕੋਲੋਂ ਮਿਲ ਜਾਂਦੀ ਹੈ। ਜਿਹੜੀ ਚੀਜ਼ ਭਾਗਾਂ 'ਚ ਨਾ ਵੀ ਹੋਵੇ ਜਾਓ ਸੇਵਾ ਕਰੋ, ਲਿਖਵਾ ਲਓ ਗੁਰੂ ਕੋਲੋਂ। ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਪੜੋ, ਉਹਦੇ ਵਿੱਚ ਪਾਤਸ਼ਾਹ ਨੇ ਕਿਹਾ ਕੀ ਨਹੀਂ ਉਹ ਮਿਲਦਾ ਬਈ ਸੇਵਾ 'ਚ, ਲਿਖ ਕੇ ਦਿੱਤਾ ਕਿਹੜੀ ਚੀਜ਼ ਹੈ ਜਿਹੜੀ ਸੇਵਾ 'ਚੋਂ ਨਹੀਂ ਮਿਲਦੀ। ਸਭ ਕੁਝ ਮਿਲਦਾ, ਤੈਨੂੰ ਸੇਵਾ ਕਰਨੀ ਆਉਣੀ ਚਾਹੀਦੀ ਹੈ, ਤੈਨੂੰ ਮੰਗਣਾ ਆਉਣਾ ਚਾਹੀਦਾ। ਸਭ ਕੁਝ ਮਿਲਦਾ, ਤੇਰੇ ਮੰਗਣ ਵਿੱਚ ਕਮੀ ਹੈ, ਗੁਰੂ ਦੇ ਦੇਣ 'ਚ ਕਮੀ ਨਹੀਂ। ਜੇ ਕੋਈ ਕਵੇ ਨਾ ਮੇਰੀ ਨਹੀਂ ਪੂਰੀ ਹੋਈ ਅਰਦਾਸ, ਸਾਧ ਸੰਗਤ ਤੋਂ ਮੈਂ ਅਰਦਾਸ ਮੇਰੀ ਕਮੀ ਹੈ, ਗੁਰੂ ਦੀ ਕਮੀ ਨਹੀਂ। ਗੁਰੂ ਦੇ ਖਜ਼ਾਨੇ ਉਨੇ ਹੀ ਭਰੇ ਪਏ ਨੇ। ਜੇ ਗੁਰੂ ਨੇ ਲਿਖ ਕੇ ਦਿੱਤਾ ਸਾਚੇ ਸਾਹਿਬਾਂ ਕਿਹਾ ਨਹੀਂ ਘਰ ਤੇਰਾ, ਘਰ ਤਾਂ ਤੇਰਾ ਸਭ ਕੁਛ ਹੈ, ਤਾਂ ਉਹਦੇ ਘਰ ਵਿੱਚ ਸਭ ਕੁਝ ਹੈ ਜੀ। ਬਚਨ ਪੜੋ। ਹਜ਼ੂਰ ਕਹਿੰਦੇ ਕੋਈ ਬੰਦਾ ਪਛੜ ਗਿਆ ਹੋਵੇ, ਉਹਨੂੰ ਲੱਗੇ ਵੇ ਮੈਂ ਤੇ ਪਿੱਛੇ ਹੀ ਰਹਿ ਗਿਆ, ਲੋਕ ਅੱਗੇ ਲੰਘ ਗਏ, ਫਲਾਨਾ ਅਮੀਰ ਹੋ ਗਿਆ, ਉਹਦੇ ਕੰਮ ਬਣ ਗਏ, ਉਹਦੇ ਬੱਚੇ ਬਾਹਰ ਚਲੇ, ਆਪਾਂ ਤੜਫਦੇ ਰਹਿੰਦੇ ਨਾ। ਪਾਤਸ਼ਾਹ ਨੇ ਸਾਡੀਆਂ ਪਰੇਸ਼ਾਨੀਆਂ ਦਾ ਹੱਲ ਦਿੱਤਾ। ਪਹਿਲੀ ਗੱਲ, ਪਰ ਕਾ ਬੁਰਾ ਨਾ ਰੱਖੋ ਚੀਤ, ਇਹ ਬਾਰੀ ਗੱਲ ਹੈ। ਤੁਮ ਕੋ ਦੁੱਖ ਨਹੀਂ ਭਾਈ ਮੀਤ। ਜਦੋਂ ਵੀ ਤੁਸੀਂ ਅਰਥ ਭਾਵ ਸਮਝੋ, ਸਾਧ ਸੰਗਤ ਦੋਵਾਂ ਤਰਫਾਂ ਤੋਂ ਅਰਥ ਬੁੱਝਣੇ ਪੈਣਗੇ। ਇੱਕ ਪਾਸੜ ਕਰੋਗੇ ਭੁਲੇਖੇ ਪੈਣਗੇ ਪੈਣਗੇ। ਅੱਜ ਭੁਲੇਖੇ ਹੀ ਉਹ ਪਏ ਨੇ, ਕਿਸੇ ਦੇ ਵੱਸ ਦੀ ਗੱਲ ਨਹੀਂ। ਇਹਨੂੰ ਸੌਖੀ ਜਿਹੀ ਇੱਕ ਉਦਾਹਰਨ ਸਮਝ ਲਿਓ। ਮੈਡੀਕਲ ਸਾਇੰਸ ਕਹਿੰਦੀ ਹੈ ਕਿ ਸਰੀਰ ਵਿੱਚ 70% ਪਾਣੀ ਹੈ। ਤੁਸੀਂ ਪੜ੍ਹੇ ਲਿਖੇ ਬੈਠੇ ਹੋ, ਇਹ 3/3 ਸਰੀਰ ਵਿੱਚ ਪਾਣੀ ਹੈ ਜਿਹੜਾ ਆਪਣਾ ਬਣਿਆ। 70% ਮਨੁੱਖੀ ਸਰੀਰ ਵਿੱਚ ਪਾਣੀ ਹੈ, ਪਰ ਮਾਫ ਕਰਿਓ ਬਾਹਰੋਂ ਵੀ ਪਾਣੀ ਪੀਣਾ ਪੈਂਦਾ। ਜੇ ਪਾਣੀ ਬਾਹਰੋਂ ਨਾ ਮਿਲੇ, ਅੰਦਰ ਦਾ ਪਾਣੀ ਕੰਮ ਨਹੀਂ ਕਰੇਗਾ, ਸਰੀਰ ਮਰ ਜਾਏਗਾ। ਲੋਕ ਪਿਆਸੇ ਨਹੀਂ ਮਰਦੇ, ਬਾਹਰੋਂ ਨਾ ਮਿਲੇ ਤੁਹਾਨੂੰ ਪਤਾ ਰੋਗ ਲੱਗ ਜਾਂਦੇ ਨੇ। ਉਹ ਰੋਗ ਨਾਲ ਸਰੀਰ ਮਰ ਸਕਦਾ ਹੈ, ਤੇ ਸਾਧ ਸੰਗਤ ਉਹਦੇ ਲਈ ਵਿਟਾਮਿਨ ਡੀ ਚਾਹੀਦਾ। ਲੋਕ ਗੋਲੀਆਂ ਖਾਂਦੇ ਨੇ, ਦਵਾਈ ਖਾਂਦੇ ਨੇ, ਕਿਉਂ? ਬਾਹਰੋਂ ਲੈਣਾ ਪੈਂਦਾ। ਬਾਹਰੋਂ ਵੀ ਚਾਹੀਦਾ। ਜੇ ਤੁਹਾਨੂੰ ਧੁੱਪ ਨਾ ਮਿਲੇ ਤਾਂ ਉਹ ਘਟ ਸਕਦਾ ਹੈ। ਹੁਣੇ ਵਿਗਿਆਨ ਦੇ ਨੁਕਤੇ ਨੇ। ਏਦਾਂ ਅੰਦਰੋਂ ਬਾਹਰੋਂ ਦੋਵੇਂ ਭਾਵ ਅਰਥ ਸਮਝਣੇ ਪੈਣਗੇ। ਇੱਕ ਕਹਾਣੀ ਗੱਲ ਨਹੀਂ ਬਣੇਗੀ। ਤਾਂ ਹਜ਼ੂਰ ਨੇ ਬਚਨ ਕਹੇ, ਕਹਿੰਦੇ ਕੋਈ ਬੰਦਾ ਪਛੜ ਗਿਆ ਹੋਵੇ, ਉਹਨੂੰ ਲੱਗੇ ਮੈਂ ਤੇ ਪਛੜ ਗਿਆ ਬਾਹਰੀ ਤੌਰ ਤੇ ਪਦਾਰਥਾਂ ਵਿੱਚ, ਕਾਰੋਬਾਰ ਵਿੱਚ, ਤੇ ਜਾਂ ਉਹਨੂੰ ਲੱਗੇ ਮੈਨੂੰ ਕਈ ਸਾਲ ਹੋ ਗਏ ਜਪਦਿਆਂ, ਮੈਂ ਤੇ ਵਿਕਾਰਾਂ ਕਰਕੇ ਪਛੜ ਗਿਆ, ਮੈਂ ਕਿਤੇ ਵੀ ਨਹੀਂ ਪਹੁੰਚਿਆ। ਦੂਜੀ ਗੱਲ, ਹਜ਼ੂਰ ਨੇ ਕਿਹਾ ਕਿਸੇ ਨੂੰ ਰੋਗ ਲੱਗ ਗਿਆ ਹੋਵੇ, ਲਓ ਹੁਣ ਕੀ ਅਰਥ ਕਰੋਗੇ? ਕਿਸੇ ਨੂੰ ਰੋਗ ਲੱਗ ਗਿਆ ਹੋਵੇ, ਉਹਨੂੰ ਲੱਗੇ ਰੋਗ ਹਟਦਾ ਨਹੀਂ, ਜਾ ਓਏ ਗੁਰੂ ਦੇ ਦਰ ਤੇ ਸੇਵਾ ਕਰਕੇ ਵੇਖ ਕਿਹੜੀ ਚੀਜ਼ ਹੈ ਜਿਹੜੀ ਨਹੀਂ ਮਿਲਦੀ।
ਕਿਸੇ ਨੂੰ ਲੱਗੇ ਧਨ ਨਹੀਂ ਇਕੱਠਾ ਹੋ ਰਿਹਾ, ਮੇਰੀ ਜੁੜਦਾ ਹੀ ਨਹੀਂ ਹੈ, ਬਰਕਤਾਂ ਨਹੀਂ ਪੈਂਦੀਆਂ। ਤੈਨੂੰ ਕਰਮ ਕਾਂਡ ਬ੍ਰਾਹਮਣਾਂ ਜੋਤਸ਼ੀਆਂ ਕੋਲ ਘੁੰਮਣ ਦੀ ਲੋੜ ਨਹੀਂ। ਉਹ ਸੱਜਣਾ ਗੁਰੂ ਦੇ ਦਰ ਤੇ ਸੱਚੇ ਦਿਲੋਂ ਸੇਵਾ ਕਰਕੇ ਵੇਖ, ਸਭ ਕੁਝ ਮਿਲਦਾ ਹੈ। ਇੱਕ ਪੰਡਤ ਉਹ ਯੂਪੀ ਵੱਲ ਜਾਂਦਾ ਹੈ, ਸੰਪਰਕ ਵਿੱਚ ਹੈ, ਮੇਰੇ ਸੱਜਣ ਉਹਦੇ ਨਾਲ ਗਏ ਤੇ ਉਹ ਕਹਿੰਦਾ ਜਦੋਂ ਅਸੀਂ ਨਜੀਬਾਬਾਦ ਲੰਘੇ ਨਾ, ਉੱਥੇ ਕਈ ਪਰਿਵਾਰਾਂ ਦੇ ਸਰਦਾਰਾਂ ਦੇ ਜਾਂਦਾ, ਉਹ ਬ੍ਰਾਹਮਣ ਦੂਜਿਆਂ ਦੇ ਵੀ ਜਾਂਦਾ। ਜਦੋਂ ਨਜੀਬਾਬਾਦ ਲੰਘੇ, ਉਹਨੇ ਉੱਥੇ ਜਾ ਕੇ ਨੇੜੇ ਬਾਜ਼ਾਰ ਵਿੱਚੋਂ 3-4 ਕਿਲੋ ਚਿੱਟੀ ਸਰੋਂ ਖਰੀਦ ਲਈ ਔਰ ਗੱਡੀ ਵਿੱਚ ਬੈਠਿਆਂ ਬੈਠਿਆਂ ਉਹਨੇ ਸਰੋਂ ਦੀਆਂ ਪੁੜੀਆਂ ਬਣਾ ਲਈਆਂ ਤੇ ਸਾਧ ਸੰਗਤ ਉਹਨੇ 100-100 ਗ੍ਰਾਮ 50-50 ਗ੍ਰਾਮ 20-20 ਗ੍ਰਾਮ ਛੋਟੀਆਂ ਪੁੜੀਆਂ ਬਣਾਈਆਂ ਤੇ ਪੁੜੀਆਂ ਬਣ ਲਈਆਂ ਝੋਲੇ 'ਚ। ਹੁਣ ਉਹ ਜਿੰਨਿਆਂ ਘਰਾਂ ਵਿੱਚ ਗਿਆ 3 ਦਿਨ ਰਹਿ ਕੇ, ਹਰ ਘਰ ਵਿੱਚ ਜਾ ਕੇ ਕਹਿੰਦਾ ਆ ਮੈਂ 12 ਮੱਸਿਆ ਚਿੱਟੀ ਸਰੋਂ ਸਿੱਧ ਕੀਤੀ ਹੋਈ ਹੈ, ਆਪਣੇ ਘਰ ਦੇ ਵਿਹੜੇ ਦੇ ਇੱਕ ਖੁੰਝੇ 'ਚ ਦੱਬ ਦਿਓ, ਤੁਹਾਡੇ ਕੋਈ ਚੀਜ਼ ਨਹੀਂ ਘਰ ਚਾਹੀਦੀ, ਕੋਈ ਬੁਰੀ ਚੀਜ਼ ਨਹੀਂ ਹੈਗੀ। ਲੋਕ ਲੈਣ ਲੱਗ ਪਏ। ਉਹਦੀ ਇੱਕ ਪੁੜੀ 20-20 ਗ੍ਰਾਮ ਸਰੋਂ 2100 ਰੁਪਏ 'ਚ ਵਿਕੀ, ਉਹਨੂੰ ਕੀ ਮਾੜਾ ਹੈ। ਨਜੀਬਾਬਾਦੋਂ ਖਰੀਦੀ ਹੈ, ਕੋਈ ਮੱਸਿਆ ਨਹੀਂ ਸਿੱਧ ਕੀਤੀ। ਇਹਨਾਂ ਤੋਂ ਪਾਤਸ਼ਾਹ ਨੇ ਬਚਣ ਵਾਸਤੇ ਸਾਨੂੰ ਸਮਝਾਇਆ, ਕਹਿੰਦੇ ਜਾ ਗੁਰੂ ਦੇ ਦਰ ਤੇ ਸੇਵਾ ਕਰ। ਸੇਵਾ ਕਰਦੇ ਆ ਕਿਸੇ ਨਾਲ ਵਿਤਕਰਾ ਨਾ ਕਰੀ। ਕਿਹੜੀ ਚੀਜ਼ ਹੈ ਜਿਹੜੀ ਨਹੀਂ ਮਿਲਦੀ? ਦੁੱਖ ਵੀ ਹਟ ਜਾਣਗੇ, ਸਭ ਕੁਝ ਮਿਲਦਾ ਹੈ। ਭਗਤੀ ਵਿੱਚ ਸੁਰਤ ਨਹੀਂ ਜੁੜਦੀ, ਜਾਂ ਸੰਗਤ ਦੇ ਜੋੜੇ ਝਾੜ ਜੁੜ ਜਾਏਗੀ। ਆ ਬਚਨ ਹੁਣ ਪੜ੍ਹ ਲਿਓ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਹੈ। ਹਜ਼ੂਰ ਨੇ ਬਚਨ ਕਹੇ, ਕਹਿੰਦੇ ਪਾਸ਼ੰ ਕ੍ਰੋਧ ਅਗਰਣੀ ਵੈ। ਪਛੜੇ ਹੋਏ ਨੂੰ ਗੁਰੂ ਚੁੱਕ ਕੇ ਨਾ ਅੱਗੇ ਲੈ ਆਏਗਾ, ਉਹਦੀ ਵਡਿਆਈ ਹੈ। ਉਹ ਛਤਰ ਧਰਨ ਤੇ ਆ ਜਾਏ, ਸਾਧ ਸੰਗਤ ਭਿਖਾਰੀਆਂ ਦੇ ਸਿਰ ਤੇ ਛਤਰ ਧਰ ਦਿੰਦਾ, ਇਹ ਉਹਦੀ ਵਡਿਆਈ ਹੈ। ਤਾਂ ਹਜ਼ੂਰ ਨੇ ਕਿਹਾ ਪਾਸ਼ੰ ਕ੍ਰੋਧ ਅਗਰਣੀ ਵੈ, ਨਿਰਾਸੰਗ ਆਸ ਪੂਰਨ। ਤੇਰੀ ਆਸਾ ਨਹੀਂ ਨਾ ਪੂਰੀ ਹੁੰਦੀ, ਜਾਂ ਸੇਵਾ ਕਰ, ਕਿਸੇ ਦਾ ਬੁਰਾ ਨਾ ਚਿਤਵੀ, ਸੱਚੇ ਦਿਲੋਂ ਸੇਵਾ ਕਰ। ਨਿਰਾਸੰਗ ਆਸ ਪੂਰਨ, ਨਿਰਧਨ ਬੈੰਗ ਧਨਵੰਤੇ। ਨਿਰਧਨ ਧਨਵਾਨ ਹੋ ਜਾਏਗਾ। ਨਿਰਧਨ ਬੈੰਗ ਧਨਵੰਤੇ, ਰੋਗੀਅੰਗ ਰੋਗ ਖੰਡਣ। ਭਗਤਿਅੰ ਭਗਤ ਦਾਨੰ। ਸੁਰਤ ਨਹੀਂ ਜੁੜਦੀ ਭਗਤੀ 'ਚ, ਜਾਂ ਜੋੜੇ ਝਾੜ ਬਰਤਨ ਮਾਂਜ, ਉਹਨੇ ਦਾਤ ਦੇ ਦੇਣੀ, ਸੁਰਤ ਜੁੜਨ ਲੱਗ ਪੈਣੀ। ਭਗਤਿਅੰ ਭਗਤ ਦਾਨੰ, ਰਾਮ ਨਾਮ ਗੁਣ ਕੀਰਤਨ। ਪਾਰ ਬ੍ਰਹਮ ਪੁਰਖ ਦਾਤਾਰੈ, ਨਾਨਕ ਗੁਰ ਸੇਵਾ ਨਾ ਲੱਭਤੇ। ਕਿਹੜੀ ਚੀਜ਼ ਹੈ ਜਿਹੜੀ ਸੇਵਾ ਚੋਂ ਨਹੀਂ ਲੱਭਦੀ? ਕਰਕੇ ਤਾਂ ਵੇਖੇ ਕੋਈ, ਸੇਵਾ ਕਰਕੇ ਵੇਖੋ, ਸਭ ਕੁਝ ਮਿਲਦਾ ਹੈ। ਕਿਉਂਕਿ ਗੁਰੂ ਨੇ ਲਿਖ ਕੇ ਦਿੱਤਾ ਹੈ, ਸਾਚੇ ਸਾਹਿਬਾ ਕਿਆ ਨਹੀਂ ਕਰਤੇ ਰੇ। ਪੜੋ ਸਾਚੇ ਸਾਹਿਬਾ ਕਿਆ ਨਹੀਂ ਕਰਤਾ ਤੇਰੇ ਸਭ ਕਿਛ ਹੈ। ਕਰਤਾ ਤੇਰੇ ਸਭ ਕਿਛ ਹੈ। ਕਰਤਾ ਤੇਰੇ, ਕਰਤਾ ਤੇਰੇ ਜਿਸ ਦੇਹ ਸੋ ਪਾਵੇ। ਜਿਸ ਦੇਹ ਸੋ ਪਾਵੇ। ਜਿਸ ਦੇਹ, ਜਿਸ ਦੇਹ ਸੋ ਸਾਚੇ ਸਾਹਿਬਾ ਕਿਆ ਨਹੀਂ ਕਰਤੇ ਰੇ। ਸਾਚੇ ਸਾਹਿਬਾ ਕਿਆ ਨਹੀਂ ਕਰਤੇ ਰੇ। ਸਾਚੇ ਸਾਹਿਬ ਕਿਆ ਨਹੀਂ ਕਰ। ਸਾਚੇ ਸਾਹਿਬਾ ਕਿਆ ਨਹੀਂ ਕਰ।
ਉਹਦੇ ਘਰ ਵਿੱਚ ਸਭ ਕੁਝ ਹੈ। ਕਿਸੇ ਦੇ ਮੰਗਣ ਵਿੱਚ ਕਮੀ ਹੋ ਸਕਦੀ ਹੈ, ਕਿਸੇ ਦਾ ਇਹ ਹੋ ਸਕਦਾ ਕਿ ਸੇਵਾ ਥੋੜੀ ਮੰਗਣ ਬਹੁਤਾ, ਮਹਿਲ ਨਾ ਪਾਵੇ ਕਹਿਤੋਂ ਪੋਤਾ, ਅਦਰਵਾਈਜ਼ ਗੁਰੂ ਦੇ ਦੇਣ ਵਿੱਚ ਕੋਈ ਕਮੀ ਨਹੀਂ। ਤਾਂ ਪਾਤਸ਼ਾਹ ਨੇ ਕਿਹਾ ਪੂਰਾ ਵਿਸ਼ਵਾਸ ਰੱਖ ਕੇ। ਹਾਂ ਸ਼ੱਕ ਹੋ ਜਾਂਦੀ ਹੈ, ਇਹਦੇ ਵਿੱਚ ਕਿਸੇ ਦੇ ਵੱਸ ਦੀ ਗੱਲ ਨਹੀਂ ਸੱਜਣੋ। ਸ਼ੱਕ ਤਾਂ ਉਦੋਂ ਵੀ ਗੁਰੂ ਦੇ ਕੋਲ ਰਹਿੰਦਿਆਂ ਕਈਆਂ ਨੂੰ ਹੋਈ, ਜਦੋਂ ਮੀਰੀ ਪੀਰੀ ਦੇ ਮਾਲਕ ਪਾਤਸ਼ਾਹ ਨੇ ਦੋ ਕਿਰਪਾਨਾਂ ਪਹਿਨੀਆਂ ਨਾ, ਇੱਕ ਮੀਰੀ ਦੀ ਤੇ ਇੱਕ ਪੀਰੀ ਦੀ। ਬਾਬਾ ਬੁੱਢਾ ਸਾਹਿਬ ਨੂੰ ਹਦਾਇਤ ਕੀਤੀ ਸੀ ਗੁਰੂ ਅਰਜਨ ਦੇਵ ਮਹਾਰਾਜ ਜੀ, ਸਾਡੀ ਸ਼ਹਾਦਤ ਤੋਂ ਬਾਅਦ ਇਹਨੂੰ ਸ਼ਮਸ਼ੀਰ ਪਹਿਨਾਉਣੀ ਹੈ। ਦੋ ਸ਼ਮਸ਼ੀਰਾਂ ਪਹਿਨਾਉਣੀਆਂ ਨੇ, ਭਗਤੀ ਤੇ ਸ਼ਕਤੀ, ਮੀਰੀ ਤੇ ਪੀਰੀ, ਰਵਾਬ ਤੇ ਨਗਾਰਾ, ਮਾਲਾ ਤੇ ਸ਼ਮਸ਼ੀਰ ਇੱਕੋ ਪਲੇਟਫਾਰਮ ਤੇ ਇਕੱਠੀ ਕਰਨੀ ਹੈ। ਸਾਧ ਸੰਗਤ, ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਦਾ ਹੁਕਮ ਮੰਨ ਕੇ 11 ਸਾਲ ਦੀ ਉਮਰ ਜਦੋਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਤਖਤ ਸਿੰਘਾਸਣ ਤੇ ਬੈਠੇ, ਦੋ ਕਿਰਪਾਨਾਂ ਪਹਿਨਾ ਦਿੱਤੀਆਂ। ਸ਼ੱਕ ਹੋਈ ਕਈਆਂ ਨੂੰ, ਗੁਰੂ ਨੂੰ ਸ਼ਸਤਰ ਧਾਰਨ ਕਰਨ ਦੀ ਕੀ ਲੋੜ ਹੈ? ਗੁਰੂ ਰਵਾਬ ਨਾਲ ਕੀਰਤਨ ਕਰੇ ਤੇ ਜੱਚਦਾ, ਗੁਰੂ ਸ਼ਮਸ਼ੀਰਾਂ ਪਹਿਨੇ, ਘੋੜ ਸਵਾਰੀ ਕਰੇ, ਸ਼ਿਕਾਰ ਖੇਡੇ, ਮਾਲਾ ਰੱਖਣ ਦੀ ਬਜਾਏ ਤੋਪਾਂ ਰੱਖ ਲਈਆਂ, ਸਰੰਦਾ ਪਕੜਨ ਦੀ ਬਜਾਏ ਸ਼ਸਤਰ ਪਕੜ ਲਿਆ। ਸ਼ੱਕ ਹੋਈ ਕਈਆਂ ਨੂੰ। ਸ਼ੱਕ ਵੇ ਸਾਧ ਸੰਗਤ ਕੋਲ ਰਹਿਣ ਵਾਲੇ ਸਿੱਖਾਂ ਨੂੰ ਵੀ ਹੋਈ ਤੇ ਕਈ ਫਕੀਰਾਂ ਨੂੰ ਵੀ ਹੋਈ। ਛੇਵੇਂ ਪਾਤਸ਼ਾਹ ਆਪਣੇ ਪਰਿਵਾਰ, ਲੋ ਲਸ਼ਕਰ, ਘੋੜਿਆਂ, ਸ਼ਸਤਰਾਂ ਸਮੇਤ, ਕਿਉਂਕਿ ਬਹਿੰਦਿਆਂ ਸਾਰੀ ਹਜ਼ੂਰ ਨੇ ਹੁਕਮ ਕੀਤਾ ਮੈਨੂੰ ਕੋਈ ਭੇਟਾ, ਦਮੜੇ, ਦਿਨਾਰ, ਕਿਸੇ ਤਰ੍ਹਾਂ ਦੀ ਮਾਇਆ ਭੇਂਟ ਨਾ ਕੀਤੀ ਜਾਏ, ਦੁਸ਼ਾਲੇ ਭੇਂਟ ਨਾ ਕੀਤੇ ਜਾਣ। ਹੁਣ ਸੰਗਤ ਸੋਹਣੇ ਸੋਹਣੇ ਸ਼ਸਤਰ ਲੈ ਕੇ ਆਵੇ, ਆਪਣੇ ਘਰ ਵਿੱਚੋਂ ਇੱਕ ਇੱਕ ਨੌਜਵਾਨ ਮੇਰੀ ਫੌਜ ਵਿੱਚ ਭਰਤੀ ਹੋਵੇ, ਉਹਦੇ ਤੇ ਕਨੇਰੀ ਖੁਸ਼ੀ ਹੋਏਗੀ। ਪਾਤਸ਼ਾਹ ਨੇ ਫੌਜ ਬਣਾ ਲਈ। ਜਦੋਂ ਮਹਾਰਾਜ ਅਜੇ ਥੋੜੇ ਸਿੱਖਾਂ ਦੀ ਫੌਜ ਬਣਾਈ, ਘੋੜ ਸਵਾਰੀ, ਪਾਤਸ਼ਾਹ ਦੇ ਨਾਲ ਪਰਿਵਾਰ ਵੀ ਹਜ਼ੂਰ ਜਾ ਰਹੇ, ਕਹਿੰਦੇ ਇੱਕ ਫਕੀਰ ਨੇ ਸਵਾਲ ਕੀਤਾ, ਸ਼ੱਕ ਕੀਤੀ। ਉਹਦੇ ਸਵਾਲਾਂ ਤੋਂ ਲੱਗਦਾ ਉਹ ਫਕੀਰ ਮੁਸਲਮਾਨ ਹੋਣਾ, ਕਿਉਂਕਿ ਉਹਦੇ ਸਵਾਲ ਇਸ ਤਰੀਕੇ ਨਾਲ ਹੋਏ। ਉਹਨੇ ਪਾਤਸ਼ਾਹ ਨੂੰ ਸਵਾਲ ਕੀਤਾ ਕਿ ਨਾ ਦੌਲਤ ਕੀ ਤੇ ਫਕੀਰੀ ਕੀ, ਔਰਤ ਕੀ ਤੇ ਫਕੀਰੀ ਕੀ। ਪਾਤਸ਼ਾਹ ਨੇ ਕਿ ਫਿਰ ਸਵਾਲ ਦੂਜਾ ਤੀਜਾ ਕੀਤਾ, ਪੁੱਤਰ ਕੀ ਤੇ ਫਕੀਰੀ ਕੀ, ਤੇ ਚੌਥੀ ਗੱਲ ਕਹੀ ਹਿੰਦੂ ਕੀ ਤੇ ਫਕੀਰ ਕੀ। ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਉਹਨੂੰ ਜਵਾਬ ਦਿੱਤਾ। ਉਹਨੇ ਸਵਾਲ ਉਹਦਾ ਇਹ ਸੀ, ਮਹਾਰਾਜ ਤੁਹਾਡੇ ਪੁੱਤਰ ਵੀ ਨਾਲ ਹੈ, ਮਹਿਲ ਪਤਨੀ ਵੀ ਨਾਲ ਹੈ, ਸ਼ਸਤਰ ਵੀ ਤੁਸੀਂ ਪਹਿਨੇ ਹੋਏ ਨੇ, ਘੋੜ ਸਵਾਰੀ ਕਲਗੀ ਵੀ ਸਜਾਉਂਦੇ ਹੋ, ਘੋੜ ਸਵਾਰੀ ਵੀ ਕਰਦੇ ਹੋ, ਤੇ ਮਹਾਰਾਜ ਫਕੀਰੀ ਤਾਂ ਕਿਤੇ ਨਜ਼ਰ ਨਹੀਂ ਆਉਂਦੀ। ਫਿਰ ਸੁਣਿਆ ਤੁਸੀਂ ਹਿੰਦੂ ਹੋ, ਹਿੰਦੁਸਤਾਨ ਦੇ ਰਹਿਣ ਵਾਲੇ, ਤੇ ਤੁਹਾਡੇ 'ਚ ਕਾਹਦੀ ਫਕੀਰੀ? ਪਾਤਸ਼ਾਹ ਨੇ ਜਵਾਬ ਬੜੇ ਪਿਆਰ ਨਾਲ ਦਿੱਤਾ, ਕਹਿਣਗੇ ਫਕੀਰ ਜੀ ਸੁਣੋ, ਦੌਲਤ ਗੁਜਰਾਨ ਹੈ, ਕਿਉਂਕਿ ਇਹ ਤੋਂ ਬਗੈਰ ਗੁਜ਼ਾਰਾ ਨਹੀਂ। ਕਹੋ ਕਬੀਰ ਜਿਸ ਉਦਰ ਤਿਸ ਮਾਇਆ, ਜਿਹਨੂੰ ਪੇਟ ਲੱਗਾ ਉਹਨੂੰ ਪਦਾਰਥ ਚਾਹੀਦੇ ਨੇ, ਭੋਜਨ ਚਾਹੀਦਾ, ਮਾਇਆ ਚਾਹੀਦੀ। ਇਹ ਤਾਂ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਜੀਆਂ ਨੇ ਜੋਗੀਆਂ ਨੂੰ ਕਹਿ ਦਿੱਤਾ ਸੀ, ਗ੍ਰਸਤੀਆਂ ਦੀ ਨਿੰਦਿਆ ਕਰਦੇ ਹੋ ਕਿ ਤੁਸੀਂ ਪਾਰ ਨਹੀਂ ਲੰਘ ਸਕਦੇ, ਤੁਸੀਂ ਡੁੱਬ ਜਾਓਗੇ, ਗ੍ਰਸਤੀਆਂ ਤੋਂ ਨਫ਼ਰਤ ਕਰਦੇ ਹੋ। ਤੇ ਪਾਤਸ਼ਾਹ ਕਹਿੰਦੇ ਫਿਰ ਉਹਨੂੰ ਕਿ ਘਰ ਮੰਗਣ ਜਾਈ, ਉਹਨਾਂ ਦੇ ਘਰੋਂ ਕੱਪੜਾ ਲੱਤਾ ਭੋਜਨ ਕਿਉਂ ਮੰਗਣ ਜਾਂਦੇ ਹੋ? ਜਿਹੜਾ ਭੋਜਨ ਖਾਂਦੇ ਹੋ, ਜਿਹੜਾ ਵਸਤਰ ਪਹਿਨਦੇ ਹੋ, ਉਹ ਜੋਗੀਓ ਗ੍ਰਸਤੀਆਂ ਦਾ ਬੁਣਿਆ ਹੋਇਆ, ਗ੍ਰਸਤੀਆਂ ਦਾ ਬੀਜੇ ਬੀਜ ਦੀ ਕਣਕ ਹੈ। ਗ੍ਰਸਤੀਆਂ ਨੂੰ ਮਾੜੇ ਕਹਿੰਦੇ ਹੋ, ਫਿਰ ਗ੍ਰਸਤੀਆਂ ਦੇ ਘਰੋਂ ਮੰਗਦੇ ਕਿਉਂ? ਫਿਰ ਕੋਈ ਜਵਾਬ ਨਹੀਂ ਸੀ। ਤਾਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਬੋਲੇ, ਦੌਲਤ ਗੁਜਰਾਨ, ਪੁੱਤਰ ਨਿਸ਼ਾਨ, ਇਸਤਰੀ ਇਮਾਨ। ਗ੍ਰਸਤ ਬੰਦੇ ਨੂੰ ਇਮਾਨ ਵਿੱਚ ਰਹਿਣਾ ਸਿਖਾਉਂਦਾ ਹੈ। ਉਹ ਪੰਜ ਧਾਤੂ ਸਰੀਰ ਦੇ ਵਿੱਚੋਂ ਉਤਪੰਨ ਹੋਣ ਵਾਲੀਆਂ ਚੀਜ਼ਾਂ ਦੇ ਇਮਾਨ ਧਰਮ ਵਿੱਚ ਰਹੇਗਾ। ਇਸ ਲਈ ਗ੍ਰਸਤ ਨੂੰ ਬਹੁਤ ਵੱਡੀ ਮਹਾਨਤਾ ਦਿੱਤੀ। ਭਾਈ ਗੁਰਦਾਸ ਸਾਹਿਬ ਭਾਵੇਂ ਗ੍ਰਸਤੀ ਨਹੀਂ, ਪਰ ਜਿੱਦਣ ਗੁਰੂ ਨਾਨਕ ਸਾਹਿਬ ਦੇ ਘਰ ਦੀ ਗੁਰਮਤ ਕਹੀ, ਉਦਣ ਕਿਹਾ ਗਿਆਨਨ ਮੈਂ ਗਿਆਨ ਅਰ ਧਿਆਨਨ ਮੈਂ ਧਿਆਨ ਗੁਰ, ਸਕਲ ਧਰਮ ਮੈਂ ਗ੍ਰਸਤ ਪ੍ਰਧਾਨ ਹੈ।
ਛੇਵੇਂ ਪਾਤਸ਼ਾਹ ਕਹਿੰਦੇ ਦੌਲਤ ਗੁਜਰਾਨ ਪੁੱਤਰ ਨਿਸ਼ਾਨ ਇਸਤਰੀ ਈਮਾਨ ਤੇ ਹੈ ਫਕੀਰ, ਫਕੀਰ ਨਾ ਹਿੰਦੂ ਨਾ ਮੁਸਲਮਾਨ। ਫਕੀਰ ਨਾ ਹਿੰਦੂ ਹੁੰਦਾ ਨਾ ਮੁਸਲਮਾਨ, ਉਹਦਾ ਕੋਈ ਜਾਤ ਕੋਈ ਮਜ਼ਹਬ ਨਹੀਂ। ਨਾ ਹਮ ਹਿੰਦੂ ਨਾ ਮੁਸਲਮਾਨ, ਅੱਲਾ ਰਾਮ ਕੇ ਪਿੰਡ ਪ੍ਰਾਣ। ਸ਼ੱਕ ਵੱਡੇ ਵੱਡੇ ਫਕੀਰਾਂ ਨੂੰ ਹੋਈ, ਕੋਲ ਰਹਿਣ ਵਾਲੇ ਸਿੱਖਾਂ ਨੂੰ ਵੀ ਹੋਈ। ਭਾਈ ਗੁਰਦਾਸ ਜੀ ਨੇ ਕਿਹਾ ਮਹਾਰਾਜ ਸਿੱਖ ਸ਼ੱਕ ਕਰਦੇ ਨੇ। ਕਹਿੰਦੇ ਕਾਹਦੀ? ਕਹਿੰਦੇ ਮਹਾਰਾਜ ਉਹ ਕਹਿੰਦੇ ਗੁਰੂ ਨੂੰ ਕੀ ਲੋੜ ਹੈ ਸ਼ਸਤਰ ਪਹਿਨਣ ਦੀ? ਪਹਿਲੀਆਂ 5 ਪਾਤਸ਼ਾਹੀਆਂ ਨੇ 5ਵੇਂ ਪਾਤਸ਼ਾਹ ਤੱਕ ਸ਼ਸਤਰ ਨਹੀਂ ਪਹਿਨੇ, ਤੋਪਾਂ ਨਹੀਂ ਰੱਖੀਆਂ, ਤਮੰਚੇ ਨਹੀਂ ਰੱਖੇ, ਫੌਜ ਨਹੀਂ ਬਣਾਈ, ਸ਼ਿਕਾਰ ਨਹੀਂ ਖੇਡਿਆ। ਮਹਾਰਾਜ ਤੁਸੀਂ ਸਭ ਕੁਝ ਵੱਖਰਾ ਕਰਨ ਲੱਗ ਪਏ। ਸਿੱਖ ਸ਼ੱਕ ਕਰਦੇ ਨੇ। ਕਹਿੰਦੇ ਮਹਾਰਾਜ ਕੀ ਜਵਾਬ ਦੇਣਾ ਹੈ? ਪਾਤਸ਼ਾਹ ਨੇ ਕਿਹਾ ਬੁਲਾਓ ਸੰਗਤ। ਸਾਰੇ ਸਿੱਖਾਂ ਨੂੰ ਬੁਲਾਇਆ। ਛੇਵੇਂ ਪਾਤਸ਼ਾਹ ਨੇ ਉਹਨਾਂ ਦੀ ਸ਼ੱਕ ਦੂਰ ਕੀਤੀ ਔਰ ਹਜ਼ੂਰ ਨੇ ਜੋ ਕੁਝ ਕਿਹਾ ਉਹਨੂੰ ਭਾਈ ਗੁਰਦਾਸ ਸਾਹਿਬ ਨੇ ਫਿਰ ਰਚਨਾ ਵਿੱਚ ਲਿਖ ਲਿਆ। ਪਾਤਸ਼ਾਹ ਨੇ ਸਵਾਲ ਕਰਕੇ ਕਿਹਾ ਜਿਨ੍ਹਾਂ ਨੂੰ ਸ਼ੱਕ ਹੈ ਭਾਈ ਸਾਡੇ ਸ਼ਾਸਤਰਾਂ ਤੇ, ਜਿਨ੍ਹਾਂ ਨੂੰ ਸ਼ੱਕ ਹੈ ਸਾਡੇ ਤਮੰਚਾ, ਤਮੰਚਾ ਮੀਨਿੰਗ ਪਿਸਤੌਲ, ਜਿਨ੍ਹਾਂ ਨੂੰ ਸਾਡੇ ਸ਼ਸਤਰ ਉੱਤੇ ਸ਼ੱਕ ਹੈ ਉਹ ਸਿੱਖ ਇਹ ਸੁਣੋ। ਕਿਉਂਕਿ ਪੀਰੀ ਦੀ ਤਲਵਾਰ ਦੀ ਵਿਆਖਿਆ ਪਹਿਲੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਵਿੱਚ ਆਈ, ਮੀਰੀ ਦੀ ਵੀ ਗੱਲ ਆਈ, ਇਹ ਵੱਖਰੀ ਨਹੀਂ। ਇਹ ਪਹਿਲਾਂ ਪਾਤਸ਼ਾਹੀਆਂ 5 ਪਾਤਸ਼ਾਹੀਆਂ ਤੱਕ ਆ ਚੁੱਕੀ ਹੈ ਗੱਲ। ਜਦੋਂ ਗੱਲ ਪੀਰੀ ਦੀ ਚੱਲੀ ਉਦੋਂ ਕਿਹਾ ਜੋ ਤੋ ਪ੍ਰੇਮ ਖਿਲਣ ਕਾ ਚਾਓ, ਅੰਦਰ ਦੀ ਗੱਲ ਸੀ, ਅੰਦਰ ਦੀ ਪੀਰੀ ਦੀ ਗੱਲ ਸੀ। ਸਿਰ ਧਰ ਤਲੀ ਗਲੀ ਮੇਰੀ ਆਓ, ਇਤ ਮਾਰਗ ਪੈਰ ਤਰੀਜੈ, ਸਿਰ ਦੀਜੈ ਕਾਣ ਨ ਕੀਜੈ, ਜਿਸ ਪਿਆਰੇ ਸਿਓ ਨੇ ਪੀਰੀ ਦੀ ਗੱਲ ਸੀ। ਤਿਸ ਅੱਗੇ ਮਰ ਚੱਲੀਏ ਤ੍ਰਿਗ ਜੀਵਨ ਸੰਸਾਰ, ਤੱਕ ਹੈ ਪਾਛੈ ਜੀਵਣਾ। ਉਹ ਗਿਆਨ ਖੜਗ ਕੋਏ, ਗੁਰੂ ਅੰਗਦ ਦੇ ਮਹਾਰਾਜ, ਉਹ ਗਿਆਨ ਦੀ ਖੜਗ ਪੀਰੀ ਦੀ ਤਲਵਾਰ ਸੀ। ਪਰ ਸਾਧ ਸੰਗਤ ਗੱਲ ਮੀਰੀ ਦੀ ਆਈ, ਉਹ ਵੀ ਕਿਹਾ ਖੇਤ ਜੋ ਮੰਡਿਓ ਸੂਰਮਾ, ਅਬ ਜੁਜਨ ਕੋ ਦਾਓ ਸੂਰਾ ਸੋ ਪਹਿਚਾਨੀਐ, ਜੋ ਲਰੇ ਦੀਨ ਕੇ ਹੇਤ, ਪੁਰਜਾ ਪੁਰਜਾ ਕਟ ਮਰੇ ਕਬੂ ਨ ਛੱਡੇ ਖੇਤ। ਇਹ ਪੀਰੀ ਦੀ ਗੱਲ ਤੇ ਨਾਲ ਮੀਰੀ ਦੀ ਵੀ ਆਈ। ਪਹਿਲਾਂ ਮਰਨ ਕਬੂਲ, ਜੀਵਨ ਕੀ ਛੱਡ ਆਸ, ਹੋ ਸਭਨਾ ਕੀ ਰੇਣਕਾ ਤੋ ਆਓ ਹਮਾਰੇ ਪਾਸ। ਛੇਵੇਂ ਪਾਤਸ਼ਾਹ ਬੋਲੇ, ਕਹਿੰਦੇ ਜਿਨ੍ਹਾਂ ਨੂੰ ਸ਼ਸਤਰ ਤੇ ਸ਼ੱਕ ਹੈ ਭਾਈ ਸੁਣੋ, ਪਿਆਸ ਲੱਗੀ ਹੋਵੇ ਪਾਣੀ ਦੀ ਤੇ ਖੂਹ ਦੇ ਕੰਢੇ ਖਲੋ ਕੇ ਹੱਥ ਜੋੜ ਕੇ ਕਹੋ ਇਹ ਖੂਹ ਮਹਾਰਾਜ, ਇਹ ਪਾਣੀ ਦੇਵਤਾ, ਪਾਣੀ ਦਿਓ ਪਿਆਸ ਬੁਝਾਉਣ ਲਈ। ਕਹਿੰਦੇ ਦੇ ਦੇਗਾ? ਉਹ ਸਿੱਖ ਕਹਿੰਦੇ ਮਹਾਰਾਜ ਨਹੀਂ। ਕਹਿੰਦੇ ਫਿਰ ਕੀ ਕਰਨਾ ਪੈਂਦਾ ਹੈ? ਕਹਿੰਦੇ ਮਹਾਰਾਜ ਕਿਸੇ ਗੜਵੇ ਦਾ ਰੱਸੇ ਨਾਲ ਗਲ ਬੰਨਣਾ ਪੈਂਦਾ, ਕਿਸੇ ਗੜਵੇ ਦਾ ਰੱਸੇ ਨਾਲ ਗਲ ਬੰਨਣਾ ਪੈਂਦਾ, ਉਹਨੂੰ ਖੂਹ ਸੁੱਟਣਾ ਪੈਂਦਾ, ਫਿਰ ਪਾਣੀ ਨਿਕਲਦਾ। ਕਹਿੰਦੇ ਦੂਜੀ ਗੱਲ, ਨਾਰੀਅਲ ਦੇ ਅੱਗੇ ਹੱਥ ਜੋੜ ਕੇ ਕਹੋ ਨਾਰੀਅਲ ਮਹਾਰਾਜ ਗਿਰੀ ਖਾਣੀ ਹੈ, ਦਿਓ ਖਾਣ ਨੂੰ। ਕਹਿੰਦੇ ਦੇ ਦੇਗਾ? ਕਹਿੰਦੇ ਮਹਾਰਾਜ ਨਹੀਂ। ਕਹਿੰਦੇ ਫਿਰ ਕੀ ਕਰਨਾ ਪੈਂਦਾ? ਸਿੱਖ ਕਹਿੰਦੇ ਮਹਾਰਾਜ ਨਾਰੀਅਲ ਦਾ ਮੂੰਹ ਭੰਨਣਾ ਪੈਂਦਾ, ਉਹਨੂੰ ਭੰਨ ਕੇ ਤਾਂ ਗਿਰੀ ਨਿਕਲਦੀ ਹੈ। ਤੀਜੀ ਗੱਲ, ਹਜ਼ੂਰ ਕਹਿੰਦੇ ਕਾਲੇ ਸੱਪ ਦੇ ਸਿਰ 'ਚ ਹੋਵੇ ਮਣੀ, ਮੰਗੋ ਖਾਂ ਹੱਥ ਜੋੜ ਕੇ, ਉਹ ਮਣੀ ਦਿੰਦਾ। ਉਹ ਮਣੀ ਕੱਢਣ ਲਈ ਸੱਪ ਦੀ ਸਿਰੀ ਫਿਰਨੀ ਪੈਂਦੀ ਹੈ। ਏਦਾਂ ਭਗਤੀ ਕਰਨ ਵਾਲਿਆਂ ਨੂੰ, ਭਗਤੀ ਧਰਮ ਭਗਾਉਣ ਵਾਸਤੇ ਸ਼ਕਤੀ ਦਾ ਹੋਣਾ ਅਤਿਅੰਤ ਜ਼ਰੂਰੀ ਹੈ। ਦੋ ਚੀਜ਼ਾਂ ਕਹੀਆਂ ਸਿੱਖ ਨੂੰ। ਸਾਧ ਸੰਗਤ, ਸਿੱਖ ਸੱਤ ਧਾਰੀ ਹੋਵੇ ਅੰਦਰੋਂ, ਸੱਤ ਦਾ ਧਾਰਨੀ, ਸਿੱਖ ਸੱਤ ਧਾਰੀ ਹੋਵੇ ਅੰਦਰੋਂ ਤੇ ਸਿੱਖ ਸੱਤਾ ਧਾਰੀ ਹੋਵੇ ਬਾਹਰੋਂ ਹੋਣਾ ਚਾਹੀਦਾ। ਸਿੱਖ ਭਗਤੀ ਵਾਲਾ ਹੋਵੇ ਅੰਦਰੋਂ, ਸਿੱਖ ਵਿੱਚ ਬਾਹਰੋਂ ਸ਼ਕਤੀ ਵੀ ਹੋਵੇ, ਨਹੀਂ ਤੇ ਭਗਤੀ ਕੋਈ ਨਹੀਂ ਕਰਨ ਦਿੰਦਾ। ਸਾਧ ਸੰਗਤ, ਇਸ ਲਈ ਸਿੱਖ ਸੱਤ ਧਾਰੀ ਵੀ ਹੋਵੇ, ਸੱਤਾ ਧਾਰੀ ਵੀ ਹੋਵੇ। ਦੋਏ ਚੀਜ਼ਾਂ ਸਿੱਖ ਨੂੰ ਕਹੀਆਂ ਨੇ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਦੇ 52 ਬਚਨ ਪੜੋ ਜਿਹੜੇ ਛਪੇ ਨੇ ਸ਼੍ਰੀ ਹਜ਼ੂਰ ਸਾਹਿਬ ਤੋਂ। ਉਹਦੇ ਵਿੱਚ ਇੱਕ ਬਚਨ 4-5 ਨੰਬਰ ਤੇ ਆਉਂਦਾ, ਸਿੱਖ ਨੀਤੀ ਪੜ੍ਹੇ। ਅਗਲਾ ਬਚਨ ਆਉਂਦਾ, ਸਿੱਖ ਗੁਰਬਾਣੀ ਕੰਠ ਕਰੇ। ਇਹ 24 ਘੰਟਿਆਂ ਵਿੱਚੋਂ ਕਰਿਆ ਕਰੋ ਇੱਕ ਸ਼ਬਦ, 2 ਲਾਈਨਾਂ, ਕੋਈ ਨਾ ਕੋਈ ਸ਼ਬਦ। ਸਾਰਾ ਦਿਨ ਇੱਕ ਪੰਕਤੀ ਪੜ੍ਹੀ ਜਾਓ। ਇੱਕ ਸੌਖਾ ਕੰਮ ਤੁਹਾਨੂੰ ਦੱਸਦਾ,
ਦਰਬਾਰ ਸਾਹਿਬ ਦਾ ਹੁਕਮਨਾਮਾ ਆਵੇ, ਉਹਦੇ ਚੋਂ 2 ਪੰਕਤੀਆਂ ਤਾਂ ਪੜ੍ਹ ਹੀ ਸਕਦੇ ਹੋ ਨਾ। ਸਾਰਾ ਦਿਨ ਕਾਗਜ਼ ਤੇ ਲਿਖ ਕੇ ਪਹਿਲੀਆਂ 2 ਪੰਕਤੀਆਂ ਪੜ੍ਹੀ ਜਾਓ। ਜੋ ਗੁਰੂ ਨੇ ਕਿਹਾ, ਗੁਰ ਪੂਰੈ ਕਿਰਪਾ ਧਾਰੀ, ਪ੍ਰਭ ਪੂਰੀ ਲੋਚ ਹਮਾਰੀ, ਪਹਿਲੀਆਂ 2 ਪੰਕਤੀਆਂ ਪੜ੍ਹੀ ਜਾਓ, ਯਾਦ ਹੋ ਜਾਣੀ। ਹੁਕਮਨਾਮਾ ਆਵੇ, ਹਮਰੀ ਗਣਤ ਨ ਗਣੀਆਂ ਕਾਈ, ਆਪਣਾ ਵਿਰਦ ਸੰਭਾਲੇ, ਉਹ ਪੜ੍ਹੀ ਜਾਓ ਇਦਾਂ ਪੰਕਤੀ। ਜਦੋਂ ਗੁਰੂ ਦਾ ਕੋਈ ਹੁਕਮਨਾਮਾ, 2 ਪੰਕਤੀਆਂ, 1 ਪੰਕਤੀ ਕੋਈ ਯਾਦ ਕਰੋ, ਸਿੱਖ ਗੁਰਬਾਣੀ ਕੰਠ ਕਰੇ, ਸਵਾਸ ਸਫਲ ਹੁੰਦੇ। ਖੈਰ ਨੀਤੀ ਪੜੇ, ਸਿੱਖ 7 ਧਾਰੀ ਤੇ 7 ਧਾਰੀ ਰਵੇ। 6ਵੇਂ ਪਾਤਸ਼ਾਹ ਨੇ ਕਿਹਾ, ਜਿਨ੍ਹਾਂ ਨੂੰ ਸ਼ਸਤਰ ਤੇ ਸ਼ੱਕ ਹੈ, ਦੱਸੋ ਭਾਈ ਸੱਪ ਮਣੀ ਦਿੰਦਾ ਹੱਥ ਜੋੜ ਕੇ? ਕਹਿੰਦੇ ਜੀ ਨਹੀਂ ਦਿੰਦਾ। ਕਹਿੰਦੇ ਸਿਰੀ ਫੇਣੀ ਪੈਂਦੀ। ਨਾਰੀਅਲ ਗਿਰੀ ਦਿੰਦਾ ਖਾਣ ਲਈ? ਨਾਰੀਅਲ ਭੰਨਣਾ ਪੈਂਦਾ। ਪਾਣੀ ਖੂਹ ਪੀਣ ਵਾਸਤੇ ਪਾਣੀ ਨਹੀਂ ਦਿੰਦਾ, ਉਹਦੇ ਵਿੱਚੋਂ ਗੜਵਾ ਗਲ ਬੰਨ ਕੇ ਰੱਸਾ ਭਗਾਉਣਾ ਪੈਂਦਾ, ਫਿਰ ਪਾਣੀ ਉੱਪਰ ਆਉਂਦਾ। ਤੇ ਪਾਤਸ਼ਾਹ ਨੇ ਅਗਲੀ ਗੱਲ ਬੜੀ ਕਮਾਲ ਦੀ ਕਹੀ, ਕਹਿੰਦੇ ਲੋਹੇ ਦੀ ਆਇਰਨ, ਲੋਹਾ ਸਿੱਧਾ ਕਰਨਾ ਹੋਵੇ ਲੋਹਾ, ਤੇ ਕਹਿੰਦੇ ਲੱਕੜ ਦੀ ਥੋੜੀ ਨਾਲ ਸਿੱਧਾ ਹੋ ਜਾਂਦਾ ਭਾਈ? ਕਹਿੰਦੇ ਮਹਾਰਾਜ ਨਹੀਂ। ਕਹਿੰਦੇ ਫਿਰ? ਕਹਿੰਦੇ ਜੀ ਲੋਹਾ ਸਿੱਧਾ ਕਰਨ ਲਈ ਲੋਹੇ ਦਾ ਹੀ ਬਦਾਨ ਮਾਰਨਾ ਪੈਂਦਾ, ਲੋਹੇ ਦਾ ਥੋੜਾ ਮਾਰਨਾ ਪੈਂਦਾ, ਲੋਹਾ ਸਿੱਧਾ ਕਰਨ ਲਈ ਲੋਹੇ ਦਾ ਹਥੋੜਾ ਮਾਰਨਾ ਪੈਂਦਾ। ਏਦਾਂ ਸਾਕਤਾਂ ਨੂੰ ਸਿੱਧਾ ਕਰਨ ਲਈ ਸ਼ਸਤਰ ਨਾਲ ਹੀ ਮੂੰਹ ਭੰਨਣਾ ਪੈਂਦਾ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਜੋ 6ਵੇਂ ਪਾਤਸ਼ਾਹ ਨੇ ਸ਼ਸਤਰ ਦੀ ਵਿਆਖਿਆ ਕੀਤੀ, ਜਿਨ੍ਹਾਂ ਨੂੰ ਸ਼ੱਕ ਹੈ ਭਾਈ ਸੁਣੋ, ਉਹ ਸਿੱਖ ਹੱਥ ਜੋੜ ਕੇ ਬਹਿ ਗਏ। ਕਹਿੰਦੇ ਤਾਂ ਪਹਿਨੇ ਨੇ ਸ਼ਸਤਰ, ਤਾਂ ਰੱਖੇ ਨੇ ਘੋੜੇ, ਤਾਂ ਖੇਡੀ ਦਾ ਸ਼ਿਕਾਰ, ਤਾਂ ਪਹਿਨੀਆਂ ਨੇ 2 ਤਲਵਾਰਾਂ, ਜਿਨ੍ਹਾਂ ਨੂੰ ਸ਼ੱਕ ਹੈ ਦੱਸੋ? ਸਭ ਚੁੱਪ ਕਰ ਗਏ। ਜੋ ਹਜ਼ੂਰ ਨੇ ਕਿਹਾ ਉਹ ਭਾਈ ਗੁਰਦਾਸ ਸਾਹਿਬ ਨੇ ਅੰਕਿਤ ਕੀਤਾ। ਭਾਈ ਗੁਰਦਾਸ ਜੀ ਫਿਰ ਲਿਖਦੇ ਹੋ ਪੌੜੀ, ਕਹਿੰਦੇ ਜਿਉਂ ਕਰ ਖੂਹੋਂ ਨਿਕਲੇ ਗਲ ਬੱਧੇ ਪਾਣੀ, ਜਿਉਂ ਮਨ ਕਾਲੇ ਸੱਪ ਸਿਰ ਹੱਸਦੇ ਨਾ ਜਾਣੀ, ਜਿਉਂ ਮੂੰਹ ਭੰਨੇ ਗਿਰੀ ਦੇ ਨਾਲੀਏ ਨਿਸ਼ਾਨੀ, ਤਿਉਂ ਬੇਮੁਖ ਲੋਹਾ ਸਾਧੀਏ ਵਗਦੀ ਬਾਦਾਣੀ। ਏਦਾਂ ਬੇਮੁਖ ਨੂੰ, ਲੋਹੇ ਨੂੰ, ਸਾਕਤ ਨੂੰ ਸਾਧਣ ਲਈ, ਪਰ ਲੋਹੇ ਦੇ ਉੱਤੇ ਲੋਹਾ ਹੀ ਮਾਰਨਾ ਪੈਂਦਾ। ਸਾਕਤ ਨੂੰ ਸਾਧਣ ਵਾਸਤੇ, ਸੋਧਣ ਲਈ ਸ਼ਸਤਰ ਹੀ ਚੁੱਕਣਾ ਪੈਂਦਾ। ਤਾਂ ਪਾਤਸ਼ਾਹ ਨੇ ਜਦੋਂ ਵਡਿਆਈ ਕਹੀ, ਪਾਤਸ਼ਾਹ 2 ਸ਼ਮਸ਼ੀਰਾਂ ਪਹਿਨਣ, ਸੀਸ ਤੇ ਕਲਗੀ ਸਜਾਉਣ, ਚਿੱਟੀ ਹਜ਼ੂਰ ਦੀ ਸੋਹਣੀ ਦਸਤਾਰ, ਉੱਚਾ ਲੰਬਾ ਕੱਦ, ਔਰ ਜਦੋਂ ਪਾਤਸ਼ਾਹ ਸਿੰਘਾਸਣ ਤੇ ਬੈਠਣ, ਫਿਰ ਸਿੱਖਾਂ ਦੇ ਅੰਦਰ ਬੁਨਿਆਦੀ ਜੋਸ਼ ਭਰਨ ਲਈ ਸੁਰ ਸਿੰਘ ਵਾਲੇ ਤੋਂ ਪਾਤਸ਼ਾਹ ਨੇ ਢਾਡੀ ਮੰਗਾਏ। ਕਹਿੰਦੇ ਵਾਰਾਂ ਗਾਇਆ ਕਰੋ। ਉਹਨੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੀ ਸਿਫਤ ਵਿੱਚ ਕਿਹਾ, ਮਹਾਰਾਜ ਤੁਸੀਂ 2 ਕਿਰਪਾਨਾਂ ਪਾਈਆਂ ਨੇ, ਮਹਾਰਾਜ ਤੁਹਾਡੀਆਂ ਬਾਹਾਂ ਦੇ ਸਾਹਮਣੇ ਕਿਲੇ ਕੀ ਨੇ? ਉਹ ਤੁਰਕਾਂ ਦੇ ਕਿਲਿਆਂ ਦੀਆਂ ਕੰਧਾਂ ਦੀ ਕੀ ਤਾਕਤ? 6ਵੇਂ ਪਾਤਸ਼ਾਹ ਤੁਹਾਡੀਆਂ ਬਾਹਾਂ ਭੁਜਾਵਾਂ ਕਿਲਿਆਂ ਨਾਲੋਂ ਵੀ ਤਾਕਤਵਰ। ਤੁਹਾਡੀਆਂ ਤਲਵਾਰਾਂ ਦੇ, ਕਿਰਪਾਨਾਂ ਦੇ ਸਾਹਮਣੇ ਜ਼ਾਲਮ ਦੀਆਂ ਤੋਪਾਂ ਕੀ ਕੰਮ ਕਰ ਸਕਦੀਆਂ? ਮਹਾਰਾਜ ਤੁਹਾਡੀ ਦਸਤਾਰ ਤੇ ਹਿੰਦੁਸਤਾਨ ਦੇ ਤਖਤ ਦੇ ਬਾਦਸ਼ਾਹ ਜਹਾਂਗੀਰ ਦੀ ਪੱਗ, ਮਹਾਰਾਜ ਤੁਹਾਡੇ ਸਾਹਮਣੇ ਜਹਾਂਗੀਰ ਦੀ ਕੀ ਪੱਗ ਹੈ? ਦੇਖੋ ਗੁਰੂ ਦੇ ਸਿੱਖਾਂ ਅੰਦਰ ਕਿੰਨਾ ਇਹ ਚੀਜ਼ ਹੈ। ਇੱਕ ਚੀਜ਼ ਹੋਰ ਸਮਝੋ, ਅਸੀਂ ਕਈ ਵਾਰ ਸਵਾਰਥ ਲਈ ਬੰਦਿਆਂ ਦੀ ਵਡਿਆਈ ਕਰਨ ਲੱਗ ਪੈਂਦੇ। ਨਰਾਦਰੀ ਨਹੀਂ, ਨਾ ਕਿਸੇ ਦੀ ਨਿੰਦਿਆ ਨਰਾਦਰੀ ਕਰੋ, ਨਾ ਕਿਸੇ ਨੂੰ ਫਜ਼ੂਲ ਬਹੁਤੀ ਵਡਿਆਈ। ਗੁਰੂ ਦੀ ਹਜ਼ੂਰੀ ਵਿੱਚ ਨਾ ਝੂਠੀ ਵਡਿਆਈ ਚਾਹੀਦੀ ਹੈ, ਨਾ ਨਿੰਦਿਆ ਚਾਹੀਦੀ ਹੈ। ਸੱਚੇ ਪਾਤਸ਼ਾਹ ਦੀ ਹਜ਼ੂਰੀ ਵਿੱਚ ਸਿਰਫ ਪਾਤਸ਼ਾਹ ਦੀ ਵਡਿਆਈ ਹੋਣੀ ਚਾਹੀਦੀ, ਕਿਸੇ ਸ਼ਰੀਰ ਦੀ ਨਹੀਂ। ਇਹ ਯਾਦ ਹੋਣਾ ਚਾਹੀਦਾ। ਸਾਧ ਸੰਗਤ, ਕਈ ਵਾਰ ਕੋਈ ਬੰਦਾ ਬਿਨ ਆਪਾਂ ਕਹਿੰਦੇ ਉਹਦੀ ਆਮਦ ਵਿੱਚ ਜਕਾਰਾ ਛੱਡੋ, ਜਕਾਰੇ ਪਾਤਸ਼ਾਹਾਂ ਦੇ ਹੁੰਦੇ ਨੇ, ਬੰਦਿਆਂ ਦੇ ਕਾਦੇ? ਉਹਨਾਂ ਦੇ ਤਾਂ ਜਿਉਂਦਿਆਂ ਜੀ ਲੋਕ ਮੁਰਦਾਬਾਦ ਕਰਨ ਲੱਗ ਪਏ। ਇਸ ਲਈ ਜਕਾਰਾ ਪਾਤਸ਼ਾਹ ਦਾ ਹੈ, ਹੋਰ ਕਿਸੇ ਦਾ ਨਹੀਂ। ਇਹ ਸੋਝੀ ਆਉਣੀ ਚਾਹੀਦੀ ਹੈ। ਤੁਸੀਂ ਇਤਿਹਾਸ ਤੋਂ ਵਾਕਫ ਹੋ। ਇੱਕ ਗਰੀਬ ਜਿਹਾ ਬੰਦਾ ਘਾਹੀ ਹੈ, ਉਹਨੂੰ ਪਤਾ ਲੱਗਦਾ ਸੱਚੇ ਪਾਤਸ਼ਾਹ ਮੇਰੇ ਇਲਾਕੇ ਠਹਿਰੇ ਨੇ, ਤੇ ਸਾਧ ਸੰਗਤ ਕਹਿੰਦੇ ਉਹਨੇ 2 ਕਸੀਰੇ ਛੋਟੇ ਜਿਹੇ ਟਕੇ ਤੇ ਘਾਹ ਦੀ ਪੰਡ ਪਾਤਸ਼ਾਹ ਦੇ ਘੋੜੇ ਵਾਸਤੇ,
सच्चे पातशाह दे घोड़े ले घाह दी पंड ते 2 कसीरे टके। भुलेखे नाल सिपाहियां कहा जहांगीर ते 6वें पातशाह इकट्ठे जदों ग्वालियर दे किले तो वापस आए ते शिकार खेड रहे सी, उन्हां कहा सच्चे पातशाह नूं मिलना है। सिपाहियां ने भुलेखा खा लिया, खबरिया जहांगीर नूं कहंदा है, इशारा करता। जदों उन्हें जाके घाह की पंड बाहर रखी तो टके रख के मत्था टेकिया बड़े अदब नाल, जहांगीर बड़ा खुश होया, लोग मैनू मत्था टेकदे पर इदां पहली बार किसी ने टेकिया। अदब नाल कहा सच्चे पातशाह कृपा करो, जन्म मरण तो मुक्ति दिओ। हुण कन्न खड़े होए, ओहो ये मेरे कोल नहीं आया, ये गुरु हरगोबिंद साहब महाराज कोल आया, इन्हें भुलेखे नाल मत्था टेकिया। जहांगीर अगों बोलिया, कहंदा भी जो मर्जी मंग लै, धन दौलत पैसा जमीन, तेनू घाई तो मैं राजा बना दांगा, किसी रियासत का राजा थप दांगा, पर मैं तेनू मुक्ति नहीं दे सकदा। वो गुरु हरगोबिंद साहब महाराज ने एकदम चेहरा उतर गया उस गरीब घाई का, मुठ भर के चुक लिया मोहरा। जदों टका चुक लिया, जहांगीर बोलिया हुण की होया? कहने लगा तू सच्चा पातशाह नहीं, तू झूठा है। कहना मैं ते जहांगीर है। उठ खड़िया वापस तुरन लगा। जहांगीर ने क्या सुन, तेनू रियासतां दा राज पैसा धन दौलत आ 2 टके रख जा, ये चुक के वापस ना ले, मेरी नरादरी है, मेरे कोल रख के मत्था टेक के वापस ना चुक, नरादरी है। 2 टके रख जा, तेनू करोड़ां दा धन दे दांगा। वो कहंदा ठोकर मारना तेरे करोड़ां दे धन, मैं ये 2 टके सच्चे पातशाह दे चरनां च रखने ने। उन्हें कहा मैं राज दे दांगा, कहंदा नहीं। ते पुछया जहांगीर ने, ऐसा गुरु हरगोबिंद साहब महाराज कोलों की मिलदा है जेड़ा मैं नहीं दे सकदा? ते सिख ने प्यार विच भेज के कहा सी, मादो हमरा धन मादो गोबिंद तरणी तर, यह सार धन कहिए जो सुख प्रभु गोबिंद की सेवा, सो सुख राज न लहिए। जेड़ा सुख गुरु की सेवा च है, राजियां दे कोल किथे सुख, और राज गद्दी ते बह के किथे सुख। साध संगत इधरों वो टके चुक के घाह की पंड चुक के पातशाह के खेमे वल तुर पिया, उधरों मेरे गुरु हरगोबिंद साहब महाराज उठ के आप ओदे वल तुर पै। सिखा तेरे अंदर शरधा ते विश्वास चाहिए, तू घरों गुरु वल तुरना, गुरु पहले ही तेरे वल तुर पैंदा है। तू घरों भावना धार के तुरते सही, गुरु ने पहले कटना शुरू कर देना। दस चाहिए की है, इसलिए भावना चाहिए है। अरदास करो किते उस घाई वर्गी भावना होवे, किते उन्हां ढाडियां वर्गी भावना होवे। वो प्यार विच पातशाह दी वडियाई करके कहंदे, 2 तलवारी वधियां, एक मीरी दी एक पीरी दी, एक अजमत दी एक राज दी, एक राखी करू फकीरी दी, हिम्मत बाहां कोटगढ़। महाराज तुहाडियां भुजावां च इन्ना बल है, जहांगीर दे किले तुहाडे सामने की ने, करोड़ां किलियां जिन्नी ताकत है। ये सच है साध संगत। मीरी पीरी दे मालक दाते दी वडियाई वेखो किन्नी है। वो प्यार विच कहंदे, हिम्मत बाहां कोट घड़, दरवाजा वलग बखीर दी, पग तेरी की जहांगीर दी। तेरे सामने महाराज जहांगीर दी की पग है। आओ एक बार ध्यान धरो गुरु हरगोबिंद साहब दा, कहिए आपां भी प्यार विच आके, 2 किरपाना बदियां, 2 किरपाना बदियां, 2 किरपाना, 2 एक मीरी दी एक पीरी दी, एक मीरी दी एक पीरी दी, एक मीरी दी एक मीरी दी एक मीरी दी एक पीरी दी, एक मीरी दी एक पीरी दी, एक मीरी दी
एक मीरी दी एक हिम्मत बहा कोट गढ़, हिम्मत बहा कोट गढ़, हिम्मत हिम्मत वहाँ दरवाजा बलगव कीरी दी, एक मीरी दी एक पीरी दी, एक मीरी दी एक पीरी दी, दरवाजा बलगव कीरी दी, एक मीरी गज के आखो साध संगत जिन्ना प्यार है ना अंदरों भिज के गुरु हरगोबिंद साहब महाराज जियां दी वडियाई करो। एक अदल दी एक राज दी, एक अदल दी एक राज दी, एक अदल दी एक राज, एक राखी करो फकीरी दी, एक मीरी दी एक पीरी दी, एक मीरी दी एक पीरी दी, एक राखी करो फकीरी दी, एक मीरी दी, एक मीरी दी एक पीरी दी, एक मीरी दी एक पीरी दी, एक मीरी दी एक वाह पग तेरी की जागीरी दी, एक मीरी दी एक पीरी दी, एक मीरी दी एक पीरी दी, पग तेरी की जागीरी दी, एक मीरी दी। धन गुरु श्री हरगोबिंद जी, धन गुरु श्री हरगोबिंद जी, धन श्री गुरु हरगोबिंद गज के धन श्री गुरु हरगोबिंद जी, धन श्री गुरु हरगोबिंद जी, धन श्री गुरु धन श्री गुरु हरगोबिंद जी, धन श्री गुरु हरगोबिंद जी, धन धन श्री गुरु हरगोबिंद जी, धन श्री गुरु हरगोबिंद जी, धन श्री एक राखी करो फकीरी दी, एक मीरी दी एक पीरी दी, एक मीरी दी एक पीरी दी, एक राखी करो फकीरी दी, एक मीरी दी एक पीरी दी। सतगुरु किरपा करन तुहाडी हाज़री दरगाही प्रवान होवे। समा समाप्त है। एक जरूर अंदर भावना बनाओ, विश्वास बनाओ। ये विश्वास नहीं टुटना चाहिए। साध संगत बाकी ये बेनती अक्सर मैं हुण लाइव तो कही है कि दुनियावी ज्ञान नाल रब की व्याख्या नहीं हो सकती। जिथे दुनिया के तर्क मुक जाते हैं उत्थे रब की कहानी शुरू होती है। साध संगत मैं उदण भी दरबार साहब तो भी ये बेनती कही, देखो जी दुनियावी नॉलेज नाल ज्ञान नाल की व्याख्या करोगे रब की? संसार के ज्ञान विच तुसीं पढ़े लिखे बैठे हो। हुण बच्चों के दिमाग कईयां दे कंप्यूटर ने वेखो नैट उत्ते जां टैलीविजनां ते वो पूरियां स्टेटां देश दीयां वर्ल्ड दीयां राजधानियां याद कीतियां ने, स्टेटां दीयां राजधानियां याद कीतियां ने। कोई सवाल पुछो झट दस दिंदे ने।
पर जिन्नी मर्जी नॉलेज होवे, ज्ञान होवे, 18 साल तो उम्र घट है, ਉਹਨੂੰ ਕਿਸੇ ਅਹੁਦੇ ਤੇ ਨਹੀਂ ਬਿਠਾਇਆ ਜਾਂਦਾ। 18 ਸਾਲ ਤੋਂ ਉਮਰ ਘੱਟ ਹੈ, ਵੋਟ ਪਾਉਣ ਦਾ ਅਧਿਕਾਰ ਨਹੀਂ। 18 ਸਾਲ ਤੋਂ ਉਮਰ ਘੱਟ ਹੈ, ਵਿਆਹ ਸ਼ਾਦੀ ਕਰਨੀ ਕਾਨੂੰਨੀ ਜੁਰਮ ਹੈ। 18 ਸਾਲ ਤੋਂ ਉਮਰ ਘੱਟ ਹੈ, ਕੋਈ ਡਰਾਈਵਿੰਗ ਲਾਇਸੈਂਸ ਨਹੀਂ। ਪਰ ਸਾਧ ਸੰਗਤ, ਰੱਬ ਦੇ ਘਰ ਦੀ ਕੀ ਵਿਆਖਿਆ ਕਰੋਗੇ? ਉਹ ਇੱਥੇ 5 ਸਾਲ ਦੀ ਉਮਰ ਹੈ, ਗੁਰੂ ਹਰਕ੍ਰਿਸ਼ਨ ਸਾਹਿਬ ਗੁਰੂ ਬਣ ਜਾਂਦੇ ਨੇ। ਕਿੱਥੋਂ ਕਰੋਗੇ ਵਿਆਖਿਆ? फिर तो आ संसारी ज्ञान नॉलेज नाल करोगे तुसी सवाल। 5 साल का गुरु किवें हो सकता है? 5 साल की उम्र का भगत है। 5 वर्ख को नाथ ध्रुव वारिक, हर सिमरत अमर अटारे। इत्थे पौने 7 साल की उम्र विच बाबा फतेह सिंह जी शहीद है। की व्याख्या करोगे? कोई उम्र दे तकाजे नहीं, कोई सन्योटी, कोई रिजर्वेशन नहीं, इत्थे ही वस नहीं। लो हुण संसार की नॉलेज वेख लो, लख पढ़िया लिखिया होवे, 60 साल की उम्र हो जाए रिटायर नहीं कर देंगे। हुण तां 58 कहता ना, 60 साल की उम्र होवे रिटायर कर दो। 60 साल की उम्र है, गुरु ग्रंथ साहिब जी ने कहा 60 के बुढ़ेपा आवे। तुसीं परिवारां वाले बैठे हो, 60 साल की उम्र तक नौहां वाले पोतियां वाले हो जाते हो, दोतियां वाले। मैनू माफ करियो, ये सच्चाई है। 60 साल की उम्र टप जाए, कई कम्मां विच बच्चे कहन लग पैंदे ने, पापा जी तुहानू नहीं पता, तुसी चुप रहो। माता जी तुहानू नहीं पता, बीबी तू ना बोलिया कर। कहंदे कि नहीं कहंदे? 70 साल की उम्र हो जाए, 70 का मतहीन, 80 का व्यवहार ना पावे। 70 साल की उम्र हो जाए, पुत्र धीआं पोते तुहाडी सलाह लैनी बंद कर देणगे, जिन्ने मर्जी पढ़े लिखे हो। 80 का व्यवहार ना पावे। 80 साल का हो जाए, नानके शक जाना होवे, विआह जाना होवे, वो कहेंगे बापू जी तुसी उत्थे की करना, नहीं लेके जाते ना। साध संगत हुण की व्याख्या करोगे मेरे गुरु नानक दे घर दी? इत्थे 98 साल की उम्र है बाबा बुढ़ा साहिब जी दी। गुरु अर्जन देव महाराज उन्होंने दरबार साहब गुरु ग्रंथ साहब के ग्रंथी लाते हैं। 98 साल की उम्र है। 1506 विच उन्हां दा जन्म हुंदा है। 1604 विच गुरु ग्रंथ साहब जी का पहला प्रकाश और बाबा बुढ़ा साहब जी को मुख ग्रंथी लाया गया। उम्र का कोई तकाजा नहीं। हालांकि भाई गुरदास साहब जी के कोल वध नॉलेज है, क्योंकि बाणी उन्होंने लिखी है जी। भाषा का ज्ञान उन्होंने है, लिपि का ज्ञान उन्होंने है, व्याकरण का ज्ञान उन्होंने है। जिन्हों ने पूरी बाणी लिखी होवे, लग कन्ना लक मात्र सब कुछ है शुद्ध। ते गुरु अर्जन देव महाराज जी ने भाई गुरदास साहब नूं छड्ड के बाबा बुढ़ा साहब नूं बिठाया ना ग्रंथी। साध संगत 98 साल की उम्र। इत्थे 60 साल की उम्र तो बाद बाबा अमरदास सिख बनन आउंदे ने। 12 साल सेवा की, 74 साल की उम्र विच तखत ते बहिंदे ने। जिदन लोग कहंदे 70 का मतहीन, 74 सालां विच गुरु अमरदास गुरु बनते ने। 74 साल की उम्र की व्याख्या करोगे दुनिया दी? इसलिए यह नॉलेज जिहड़ी इत्थे आपां कहंदे ना, ये ज्ञान नाल रब की व्याख्या नहीं हो सकती। दुनिया दीयां गल्लां चंगियां ने, पर साध संगत गुरु ग्रंथ साहब की बाणी नूं समझण वास्ते दोवें पासियां तो अर्थ अंदरों बाहरों जुड़ के करने पैणगे। सो भै भाव नहीं रखिए, गुरु ते विश्वास रखो, प्रेम रखो, पातशाह की बाणी पढ़ो। जो मंगे ठाकुर अपने ते सोई सोई देवे। नानक दास मुख ते जो बोले, इहां उहां सच होवे। किसे दा बुरा ना करो, बुरा ना चितवो। लिखिया होया पर का बुरा न रखो चीत, दुम को दुख नहीं भाई मीत। फिर साध संगत एक चीज़, हुण तुसीं थक गए होने बहुत चिर दे बैठे, एक बहम भरम तुहाडे खत्म हो जाने सारे। कोई मंगलीक नहीं, कोई गंढ मूल नहीं। बाणी पढ़न लग जाओ, तुहाडी तसीर बदल जानी। शब्द जपन लग जाओ रोज। ये होमवर्क जिहड़ा विद्यार्थी होमवर्क करन लग जाए, वो क्लास चों अव्वल आउंदा है, उहनूं टीचर मोनीटर बनाउंदा है। ते जेड़ा सिख रोज होमवर्क करे, गुरु उहदे भरम तोड़ के रख दिंदा है। होमवर्क पता की है? गुर सतगुर का जो, लै तुहानूं याद ही है, कहण दी लोड़ नहीं। गुर सतगुर का जो
ਸਿੱਖ ਖਾਏ ਸੋ ਭਲ ਕੇ ਉਠ ਹਰ ਨਾਮ। ਉੱਠਦਿਆਂ ਸਾਰ ਫਸਟ ਵਰਕ, ਪਹਿਲਾ ਕੰਮ ਨੀਂਦ ਚੋਂ ਜਾਗਦਿਆਂ ਕੀ ਹੋਵੇ ਜੀ? ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਇੰਨਾ ਕੁ ਹੋਮਵਰਕ ਕਰ ਲਓਗੇ ਭਾਈ, ਕੱਲ ਤੋਂ ਪੱਕਾ। ਜਦੋਂ ਤੁਹਾਡੀ ਸਵੇਰੇ ਨੀਂਦ ਚੋਂ ਜਾਗ ਖੁੱਲੇ, ਪਹਿਲਾਂ ਉੱਠਦਿਆਂ ਸਾਰ ਕਹਿਣਾ 5 ਵਾਰ 10 ਵਾਰ 20 ਵਾਰ ਜਿੰਨੀ ਵਾਰ ਕਹਿ ਸਕਦੇ ਹੋ, ਪਹਿਲਾਂ ਕਹਿਣਾ ਵਾਹਿਗੁਰੂ ਵਾਹਿਗੁਰੂ। ਆਖੋ ਸਤਨਾਮ ਸ੍ਰੀ। ਕਰ ਲੋਗੇ ਇੰਨਾ ਹੋਮਵਰਕ ਭਾਈ? ਉਹ ਪਿੱਛੇ ਤੱਕ ਹੱਥ ਖੜੇ ਕਰਕੇ ਜਕਾਰਾ ਛੱਡੋ, ਪੱਕਾ ਹੋ ਗਿਆ। ਵਾਹਿਗੁਰੂ। ਮੈਂ ਕਈ ਵਾਰ ਸਾਧ ਸੰਗਤ ਕਥਾ 'ਚ ਬੇਨਤੀ ਕੀਤੀ, ਇਹ ਪਤਾ ਕਿਹੜੇ ਸਵਾਲ ਜਿਹੜੇ ਪੇਪਰਾਂ 'ਚ ਨਹੀਂ ਆਉਂਦੇ? ਟਿਕ ਮਾਰ, ਯੈਸ ਨੋ, ਐ ਯੈਸ ਕੀਤੀ ਨਾਲੇ 5 ਨੰਬਰ। ਉੱਠਦਿਆਂ ਸਾਰ 5 10 20 ਵਾਰ ਇੱਕ ਹੋਮਵਰਕ ਗੁਰੂ ਰਾਮਦਾਸ ਮਹਾਰਾਜ ਦਾ ਦਿੱਤਾ ਕਰ ਲਿਆ, ਤਾਂ ਸਾਧ ਸੰਗਤ ਸਿੱਧੇ ਨੰਬਰ ਤੁਹਾਡੇ ਸਵੇਰੇ ਖਾਤੇ 'ਚ ਪੈ ਗਿਆ। ਇਹ ਉੱਠਦਿਆਂ ਖਾਤੇ 'ਚ ਪੈਂਦੇ ਨੰਬਰ। ਗੁਰ ਸਤਿਗੁਰ ਕਾ ਜੋ ਸਿੱਖ ਖਾਏ, ਗੁਰੂ ਰਾਮਦਾਸ ਮਹਾਰਾਜ ਜੀ ਨੇ ਕਿਹਾ ਸੋ ਭਲ ਕੇ ਉਠਰ ਨਾਮ ਧਿਆਏ। ਅੱਗੇ ਨਹੀਂ ਮੈਂ ਹੁਣ ਬਹੁਤਾ ਸੁਣਾਵਾਂਗਾ, ਸਮਾਂ ਸਮਾਪਤ ਹੋ ਗਿਆ। ਸਾਧ ਸੰਗਤ ਸਤਿਗੁਰੂ ਕਿਰਪਾ ਕਰਨ, ਸਾਡੇ ਇਹ ਹੁਣ ਸ਼ਬਦ ਜਪਣ ਨਾਲ ਨਾ ਤੁਹਾਡੇ ਭਰਮ ਦੂਰ ਹੋਣੇ। ਜਿਵੇਂ ਬਦਾਮ ਪਾਣੀ 'ਚ ਭਿਉਂਦੇ ਹੀ ਹੈ, ਉਹਦੀ ਤਸੀਰ ਬਦਲ ਜਾਂਦੀ, ਐਦਾਂ ਰੋਜ਼ ਸ਼ਬਦ ਜਪਣ ਲੱਗ ਜਾਓ, ਤੁਹਾਡੇ ਮਨ ਦੀ ਤਸੀਰ ਤੇ ਤਕਦੀਰ ਬਦਲ ਜਾਏਗੀ। ਔਰ ਜਿਹੜੇ ਭਰਮਾਂ 'ਚ ਲੋਕ ਤੁਰੇ ਫਿਰਦੇ, ਇੱਕ ਫੈਸ਼ਨ ਬਣਾ ਲਿਆ, ਮੈਨੂੰ ਨਜ਼ਰ ਆ ਰਿਹਾ, ਬੱਚੀਆਂ ਬੈਠੀਆਂ ਨੇ ਥੋੜੇ ਯੰਗ ਏਜ ਵਾਲੇ ਬੱਚੇ, ਤੁਹਾਨੂੰ ਹੱਥ ਜੋੜ ਕੇ ਬੇਨਤੀ ਹੈ, ਗੁਰੂ ਤੋਂ ਟੁੱਟ ਨਾ ਜਾਇਓ। ਪੈਰਾਂ ਵਿੱਚ ਜਿਹੜੇ ਕਾਲੇ ਧਾਗੇ ਪਾਏ, ਕਿਰਪਾ ਕਰਕੇ ਵੱਢ ਦਿਓ। ਇਹ ਕਾਲੇ ਧਾਗਿਆਂ ਦੀ ਬੜੀ ਬਿਮਾਰੀ ਫੈਲੀ ਹੈ। ਮੁੰਡੇ ਕੁੜੀਆਂ ਬੱਚੇ ਬੀਬੀਆਂ ਸਭ ਫੈਸ਼ਨ ਬਣਾ ਲਿਆ ਲੋਕਾਂ ਨੇ। ਇਹ ਧਾਗੇ ਵੱਢੋ ਕਾਲੇ, ਹੱਥ 'ਚ ਪਾਓ ਕੜਾ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ, ਜਪਜੀ ਸਾਹਿਬ ਦੀ ਬਾਣੀ ਪੜਿਓ। ਜਿੱਥੇ ਗੁਰੂ ਨੂੰ ਯਾਦ ਕਰੋਗੇ ਉਹ ਨਾਲ ਹੈ। ਦੁਕਾਲੰਗ ਪਰਣਾਸੀ ਦਿਆਲੰਗ ਸਰੂਪੇ ਸਦਾ ਅੰਗ ਸੰਗੇ ਭੰਗੰ। ਇੱਕ ਬੱਚੀ ਦੇ ਪੈਰ ਤੇ ਬੰਨਿਆ ਸੀ, ਮੈਂ ਕਿਹਾ ਬਿਮਾਰ ਰਹਿੰਦੀ? ਕਹਿੰਦੇ ਨਹੀਂ ਭਾਈ ਸਾਹਿਬ, ਤੁਹਾਨੂੰ ਕੌਣ ਕਹਿੰਦਾ? ਮੈਂ ਕਿਹਾ ਧਾਗਾ ਦੇਖ ਕੇ ਲੱਗਾ। ਤਾਂ ਚੁੱਪ ਜਾ ਕਰਕੇ ਲੜਕਾ ਬੋਲ ਪਿਆ, ਉਹਨਾਂ ਦਾ ਭਰਾ, ਉਹ ਬੱਚਾ ਫਸਟ ਈਅਰ 'ਚ ਪੜ੍ਹਦਾ, ਕਹਿੰਦਾ ਬਾਬਾ ਜੀ ਮੇਰੇ ਵੀ ਬੰਨਿਆ ਹੋਇਆ ਧਾਗਾ। ਕਹਿੰਦਾ ਮੰਮੀ ਨੇ ਬੰਨਿਆ, ਮੰਮੀ ਦੇ ਖਿਆਲ ਦਾ। ਇਹ ਜ਼ਿਆਦਾ ਕੰਮ ਮੰਮੀਆਂ ਨੇ ਸ਼ੁਰੂ ਕੀਤਾ। ਤਾਂ ਸਾਧ ਸੰਗਤ ਉਹ ਬੱਚੀ ਨੂੰ ਮੈਂ ਕੋਲ ਸੱਦਿਆ, ਵੱਡਿਆਂ ਤੇ ਤਾਂ ਅਸਰ ਨਹੀਂ ਹੁੰਦਾ। ਉਹਨੂੰ ਕਿਹਾ ਪੁੱਤ ਕੀ ਬਣਨਾ ਪੜ੍ਹ ਲਿਖ? ਕਹਿੰਦੀ ਅੰਕਲ ਮੈਂ ਡਾਕਟਰ ਬਣਨਾ। ਮੈਂ ਤੈਨੂੰ ਤਾਂ ਡਾਕਟਰ ਬਣਨ ਦਾ ਫਾਇਦਾ ਨਹੀਂ ਕੋਈ, ਤੂੰ ਬਿਮਾਰ ਰਹਿਣਾ। ਕਹਿੰਦੇ ਅੰਕਲ ਕਿਉਂ? ਮੈਂ ਕਿਹਾ ਜਿਹੜਾ ਪੈਰ ਤੇ ਧਾਗਾ ਨਹੀਂ ਤੇਰੇ ਬੰਨਿਆ, ਇਹ ਸਾਈਕੋਲੋਜੀ ਇਫੈਕਟ ਹੈ, ਇਹ ਮਾਨਸਿਕ ਰੋਗ ਹੈ। ਜਿੱਦਣ ਪੁੱਤ ਟੁੱਟ ਗਿਆ, ਜੇ ਹੱਥ ਪੈਰ ਵੀ ਦਰਦ ਕਰਨ ਲੱਗ ਪਿਆ ਨਾ, ਕੋਈ ਬਾਂਹ ਦੁਖੀ, ਤੂੰ ਕਹਿਣਾ ਉਦਣ ਦੀ ਬਾਂਹ ਦੁਖਦੀ ਜਿੱਦਣ ਦਾ ਧਾਗਾ ਟੁੱਟਿਆ। ਜੇ ਸਿਰ ਦੁਖਣ ਲੱਗ ਪਿਆ, ਉਦਣ ਦਾ ਦੁਖਦਾ ਜਿੱਦਣ ਦਾ ਧਾਗਾ ਟੁੱਟ। ਪੁੱਤ ਇਹਨੇ ਤੈਨੂੰ ਭਰਮੀ ਕਰ ਦੇਣਾ, ਇਹਨੇ ਤੈਨੂੰ ਰੋਗੀ ਬਣਾਉਣਾ, ਇਹਨੇ ਤੈਨੂੰ, ਤੂੰ ਡਾਕਟਰ ਬਣ ਕੇ ਕੀ ਕਰੇਂਗੀ? ਰੋਗੀ ਦਾ ਕੀ ਇਲਾਜ ਕਰੇਂਗੀ? ਇਲਾਜ ਕਰਦਿਆਂ ਧਿਆਨ ਪੈ ਗਿਆ ਨਾ, ਧਾਗਾ ਪੈਰ ਦਾ ਪਤਾ ਨਹੀਂ ਕਿੱਥੇ ਡਿੱਗ ਪਿਆ ਕਾਲਾ, ਤੂੰ ਖੁਦ ਬਿਮਾਰ ਹੋ ਜਾਣਾ। ਪਹਿਲਾਂ ਧਾਗਾ ਲੈਣ ਜਾਏਗੀ, ਫਿਰ ਇਲਾਜ ਕਰੇਂਗੀ। ਉਹ ਬੱਚੀ ਬੜੀ ਇੰਟੈਲੀਜੈਂਟ ਨਿਕਲੀ। ਮੈਂ ਕਥਾ ਸੁਣਾਈ ਆ, ਗੁਰਮੁਖ ਨੈਟ ਤੇ ਪਾਉਂਦੇ ਰਹਿੰਦੇ ਨੇ ਸਾਧ ਸੰਗਤ। ਉਹ ਬੱਚੀ ਇੰਟੈਲੀਜੈਂਟ ਬੜੀ, ਉਸੇ ਵਕਤ ਭੱਜ ਕੇ ਕਿਚਨ 'ਚ ਗਈ, ਛੋਟੀ ਜਿਹੀ ਕੈਂਚੀ ਲਿਆਂਦੀ ਉਹਨੇ, ਤੇ ਕੈਂਚੀ ਲਿਆ ਕੇ ਪਹਿਲਾਂ ਉਹਨੇ ਆਪਣੇ ਪੈਰ ਦਾ ਧਾਗਾ ਵੱਢਿਆ, ਫਿਰ ਉਹਨੇ ਆਪਣੇ ਭਰਾ ਦੇ ਪੈਰ ਦਾ ਵੀ ਧਾਗਾ ਵੱਢਿਆ। ਤੁਹਾਨੂੰ ਵੀ ਹੱਥ ਜੋੜ ਕੇ ਬੇਨਤੀ ਹੈ, ਜਿਨ੍ਹਾਂ ਨੇ ਪੈਰਾਂ ਵਿੱਚ ਕਾਲੇ ਧਾਗੇ ਪਾਏ ਨੇ, ਕਿਰਪਾ ਕਰਕੇ ਵੱਢ ਦਿਓ। ਹੁਣ ਲੁਕੋਵੋ ਨਾ, ਘਰ ਜਾ ਕੇ ਵੱਢ ਦਿਓ। ਕਈ ਕਿਸੇ ਨੇ ਉੱਠਣ ਦੀ ਖੇਚਲ ਨਹੀਂ ਕਰਨੀ। ਜਿੱਥੇ ਇੰਨਾ ਚਿਰ ਬੈਠੇ ਹੋ ਜੀ, ਉੱਥੇ ਥੋੜੇ ਮਿੰਟ ਹੋਰ ਗੁਰੂ ਦੀ ਖੁਸ਼ੀ ਲਿਓ। ਭੁੱਲ ਚੁੱਕ ਦੀ ਖਿਮਾ ਬਖਸ਼ਣੀ। ਸਾਰੀਆਂ ਸੰਗਤਾਂ ਦਾ ਧੰਨਵਾਦ। ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ।